ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। अब तो जाए चढ़े सिंहासन मिले हैं सारंग पानी। राम कबीरा एक भय हैं कोई न सके पछानी। ਭਾਰਤੀ ਭਗਤ ਕਾਲ ਵਿੱਚ ਕਬੀਰ ਦਾ ਆਗਮਨ ਇੱਕ ਅਦੁੱਤਾ ਆਗਮਨ ਹੈ। ਕਬੀਰ ਭਗਤ ਸ਼੍ਰੇਣੀ ਦੇ ਚੋਂ ਸਿਰਮੌਰ ਹੈ। ਜ਼ਿੰਦਗੀ ਦੇ ਹਰ ਪਹਿਲੂ ਦੇ ਉੱਤੇ ਆਪ ਨੇ ਆਪਣੇ ਵਿਚਾਰਾਂ ਰਾਹੀਂ ਰੋਸ਼ਨੀ ਪਾਈ ਹੈ। ਚਾਹੇ ਉਹ ਸਮਾਜਿਕ ਜੀਵਨ ਹੈ, ਚਾਹੇ ਉਹ ਧਾਰਮਿਕ ਹੈ ਤੇ ਚਾਹੇ ਉਹ ਰਾਜਨੀਤਿਕ ਹੈ। ਡਿੰਬ ਪਖੰਡ ਦਾ ਆਪ ਨੇ ਖੁੱਲ੍ਹੇ ਸ਼ਬਦਾਂ ਵਿੱਚ ਖੰਡਨ ਕੀਤਾ ਔਰ ਧਰਮ ਦੀ ਬੁਨਿਆਦ ਆਪ ਨੇ ਸੱਚ ਦਸੀ, ਦਇਆ ਦਸੀ, ਸੰਤੋਖ ਦਸੀ। ਜੇਠ ਦੀ ਪੂਰਨਮਾਸੀ ਬਿਕਮੇ ਸੰਮਤ 1455 ਵਿੱਚ ਕਬੀਰ ਦਾ ਜਨਮ ਬਨਾਰਸ ਵਿੱਚ ਨੀਮੋ ਨੀਰਾ ਜੁਲਾਹੇ ਦੇ ਘਰ ਹੋਇਆ। ਇਹ ਮਜ਼ਹਬ ਤੋਂ ਮੁਸਲਮਾਨ ਸਨ, ਪਰ ਕਬੀਰ ਦੇ ਸੰਸਕਾਰ ਹਿੰਦੂ ਮੁਸਲਿਮ ਤੋਂ ਬਾਲਾਤਰ ਔਰ ਉਹਨਾਂ ਨੇ ਬਕਾਇਦਾ ਐਸਾ ਆਖਿਆ ਵੀ ਹੈ, ਨਾ ਹਮ ਹਿੰਦੂ ਨਾ ਮੁਸਲਮਾਨ ਅਲ ਹੈ ਰਾਮ ਕੇ ਪਿੰਡ ਪਰਾਂ। ਰਾਮ ਆਖਣ ਵਿੱਚ ਮੈਨੂੰ ਕੋਈ ਇਤਰਾਜ਼ ਨਹੀਂ, ਅੱਲਾ ਨੂੰ ਮੰਨਣ ਵਿੱਚ ਮੈਨੂੰ ਕੋਈ ਇਨਕਾਰ ਨਹੀਂ, ਲੇਕਿਨ ਮੈਂ ਹਿੰਦੂ ਨਹੀਂ, ਮੈਂ ਮੁਸਲਿਮ ਨਹੀਂ। ਜਿਸ ਤਰ੍ਹਾਂ ਸੂਰਜ ਦਾ ਚਾਨਣਾ ਸਾਰਿਆਂ ਲਈ ਆਉਂਦਾ ਹੈ, ਕਬੀਰ ਦੇ ਵਿਚਾਰ ਸਰਬ ਸਾਂਝੇ ਨੇ, ਸਾਰਿਆਂ ਲਈ ਨੇ। ਆਮ ਅਵਤਾਰੀ ਤੇ ਭਗਤਾਂ ਦੇ ਜਨਮ ਦੀ ਤਰ੍ਹਾਂ ਆਪ ਦਾ ਵੀ ਜਨਮ ਕਾਲ ਬੜੇ ਰਹੱਸਮਈ ਢੰਗ ਦੇ ਨਾਲ ਬਤੀਤ ਹੋਇਆ। ਆਪ ਹੱਸਦੇ ਹੋਏ ਜਗਤ ਦੇ ਚ ਆਏ, ਜਦ ਕਿ ਜਗਤ ਦਾ ਨਿਯਮ ਹੈ ਬਾਲਕ ਅਕਸਰ ਰੋਂਦੇ ਹੋਏ ਆਉਂਦੇ ਹਨ ਔਰ ਅੰਤ ਵੀ ਅਕਸਰ ਰੋਂਦਿਆਂ ਹੋਇਆਂ ਹੀ ਹੁੰਦਾ ਹੈ। ਪਰਮ ਪੁਰਖ ਦੀ ਇਹ ਪਹਿਚਾਨ ਹੈ, ਹੱਸਦਾ ਹੋਇਆ ਆਉਂਦਾ ਹੈ, ਹੱਸਦਾ ਹੋਇਆ ਜੀਵਦਾ ਹੈ, ਹੱਸਦਾ ਹੋਇਆ ਰੁਖਸਤ ਹੋ ਜਾਂਦਾ ਹੈ। ਸਾਰੀ ਜ਼ਿੰਦਗੀ ਹਾਸੇ ਵੰਡਣੇ, ਖੁਸ਼ੀਆਂ ਵੰਡਣੀਆਂ, ਪਰਮ ਆਨੰਦ ਵੰਡਣਾ, ਇਹ ਮਹਾਂਪੁਰਖ ਦੀ ਜ਼ਿੰਦਗੀ ਦਾ ਮਨੋਰਥ ਹੁੰਦਾ ਹੈ, ਲਕਸ਼ ਹੁੰਦਾ ਹੈ। ਨੀਮੋ ਨੀਰਾ ਅਧਕੜ ਉਮਰ ਦੇ ਵਿੱਚ ਆਪਣੇ ਘਰ ਇਸ ਅਦੁੱਤੀ ਸੰਤਾਨ ਨੂੰ ਵੇਖ ਕੇ ਫੁੱਲੇ ਨਹੀਂ ਸਮਾਉਂਦੇ। ਬਚਪਨ ਕਾਲ ਤੋਂ ਹੀ ਆਪ ਅਗੰਮੀ ਗੱਲਾਂ ਹਰ ਮਹਿਫਿਲ ਦੇ ਵਿੱਚ ਬੈਠ ਕੇ ਕਰਦੇ ਸਨ। ਬੱਚਿਆਂ ਨਾਲ ਬੈਠਣਾ ਪਰ ਗੱਲ ਆਗਮ ਨਿਗਮ ਦੀ ਕਰਨੀ, ਖੇਡਣ ਲਈ ਬੈਠਣਾ ਪਰ ਗੱਲ ਅੱਲਾ ਦੀ ਕਰਨੀ, ਰਾਮ ਦੀ ਕਰਨੀ। ਖੇਡ ਦੇ ਵਿੱਚ ਰੁਚੀਆਂ ਨਾ ਹੋ ਕੇ ਖੇਡ ਨੂੰ ਵੀ ਬੰਦਗੀ ਦੀ ਸ਼ਕਲ ਬਣਾ ਦੇਣੀ, ਇਹ ਕਬੀਰ ਦਾ ਰੋਜ਼ਮर्रा ਦਾ ਕਰਮ ਸੀ। ਵਿਦਿਅਕ ਮੰਦਰਾਂ ਤੇ ਧਾਰਮਿਕ ਮੰਦਰਾਂ ਦੇ ਦੁਆਰ ਆਪ ਲਈ ਬੰਦ ਸਨ, ਕਿਉਂ ਕਿ ਆਪ ਜੁਲਾਹੇ ਘਰ ਵਿੱਚ ਜਨਮੇ ਸਨ। ਇਸ ਲਈ ਇਸ ਦੇਸ਼ ਦੀ ਵਰਣ ਪ੍ਰਥਾ ਦੇ ਮੁਤਾਬਕ ਆਪ ਸ਼ੂਦਰ ਸਨ ਤੇ ਸ਼ੂਦਰ ਦੇ ਕੋਲੋਂ ਇਹ ਅਖਤਿਆਰ ਖੋਹ ਲਿਆ ਗਿਆ ਸੀ। ਨਾ ਉਹ ਵਿੱਦਿਆ ਪੜ੍ਹ ਸਕਦਾ ਸੀ ਤੇ ਨਾ ਉਹ ਧਰਮ ਮੰਦਰ ਤੇ ਜਾ ਕੇ ਪੂਜਾ ਪ੍ਰਤਿਸ਼ਠਾ ਕਰ ਸਕਦਾ ਸੀ। ਮਨੁੱਖ ਦਾ ਸਾਰਾ ਵਿਕਾਸ ਵਿਦਿਅਕ ਮੰਦਰਾਂ ਤੇ ਧਾਰਮਿਕ ਮੰਦਰਾਂ ਦੇ ਆਸਰੇ ਤੇ ਹੁੰਦਾ ਹੈ। ਬੌਧਿਕ ਵਿਕਾਸ ਵਿਦਿਅਕ ਮੰਦਰਾਂ ਦੇ ਆਲੇ ਦੁਆਲੇ ਤੇ ਅਧਿਆਤਮਿਕ ਵਿਕਾਸ ਮਨੁੱਖ ਦਾ ਧਾਰਮਿਕ ਮੰਦਰਾਂ ਦੇ ਆਸਰੇ ਤੇ ਹੁੰਦਾ ਹੈ। ਜਿਸ ਬੰਦੇ ਲਈ ਇਹ ਦੋਵੇਂ ਦੁਆਰ ਬੰਦ ਕਰ ਦਿੱਤੇ ਜਾਣ, ਉਸ ਮਨੁੱਖ ਦਾ ਸਾਰਾ ਵਿਕਾਸ ਰੁਕ ਜਾਂਦਾ ਹੈ। ਪਰ ਇਹ ਤੇ ਕੋਈ ਧੁਰ ਦਰਗਾਹੋਂ ਹੀ ਪੜ੍ਹਿਆ ਹੋਇਆ ਪੁਰਸ਼ ਆਇਆ, ਭਾਵੇਂ ਦੋਵੇਂ ਮੰਦਰਾਂ ਦੇ ਦੁਆਰ ਆਪ ਲਈ ਬੰਦ ਨੇ, ਲੇਕਿਨ ਫਿਰ ਵੀ ਆਪ ਨੇ ਸਾਰੀ ਮਨੁੱਖਤਾ ਲਈ ਧਾਰਮਿਕ ਮੰਦਰ ਤੇ ਵਿਦਿਅਕ ਮੰਦਰਾਂ ਦੇ ਦੁਆਰ ਆਪਣੇ ਰਾਹੀਂ ਖੋਲੇ। ਜਗਤ ਨੂੰ ਚਾਨਣਾ ਦਿੱਤਾ, ਵਿਦਿਆ ਦੇ ਰਾਹੀਂ ਜਗਤ ਨੂੰ ਚਾਨਣਾ ਦਿੱਤਾ, ਧਰਮ ਗਿਆਨ ਦੇ ਰਾਹੀਂ। ਬ੍ਰਾਹਮਣ ਦੀ ਇਹ ਮਨੋਤ ਸੀ ਕਿ ਆਲਮ ਫਾਜ਼ਲ ਭਗਤ ਸੰਤ ਜਨ ਕੇਵਲ ਬ੍ਰਾਹਮਣ ਦੇ ਘਰ ਹੀ ਪੈਦਾ ਹੁੰਦੇ ਨੇ। ਇਸ ਵਾਸਤੇ ਆਪ ਦੇ ਨਾਲ ਅਨੇਕਾਂ ਹੀ ਮਿੱਥ ਜੁੜ ਗਈਆਂ। ਜੈਸੇ ਕਿ ਇੱਕ ਕੁਆਰੀ ਬ੍ਰਾਹਮਣੀ ਦੇ ਕੁੱਖ ਤੋਂ ਬਾਲਕ ਦਾ ਜਨਮ ਹੋਇਆ ਔਰ ਉਹਨੇ ਗੰਗਾ ਦੇ ਤੱਟ ਤੇ ਉਸ ਨੂੰ ਸੁੱਟ ਦਿੱਤਾ ਔਰ ਉਹਨੂੰ ਨੀਮਾ
ਤੇ ਨੀਰੂ ਜੁਲਾਹਾ ਚੁੱਕ ਕੇ ਲੈ ਆਏ। ਇਹ ਇੱਕ ਮਿੱਥ ਹੈ, ਜਦ ਕਿ ਹਕੀਕਤ ਹੈ ਕਿ ਨੀਮੂ ਤੇ ਨੀਰਾ ਦੇ ਘਰ ਬਕਾਇਦਾ ਕਬੀਰ ਦਾ ਜਨਮ ਹੋਇਆ। ਕਬੀਰ ਨੇ ਆਪਣੀ ਜ਼ਾਤ ਛੁਪਾਈ ਨਹੀਂ। ਕਬੀਰ ਮੇਰੀ ਜ਼ਾਤ ਕੋ ਸਭ ਕੋਈ ਹਸਨੇ ਹਾਰ, ਬਲਹਾਰੀ ਇਸ ਜਾਤ ਕੋ ਜੈ ਜਪਿਓ ਸਿਰਜਨਹਾਰ। ਕੀ ਜ਼ਾਤ ਹੈ? ਜਾਤ ਜੁਲਾਹਾ ਮਤ ਕਾ ਧੀਰ, ਸਹਿਜ ਸਹਿਜ ਗੁਣ ਰਵੇ ਕਬੀਰ। ਗੱਲ ਸਪਸ਼ਟ ਕਰ ਦਿੱਤੀ, ਜ਼ਾਤ ਦਾ ਮੈਂ ਜੁਲਾਹਾ, ਵਰਨ ਕਰਕੇ ਮੈਂ ਸ਼ੂਦਰ ਹਾਂ। ਇਸ ਲਈ ਮੈਂ ਜਗਤ ਦੇ ਸਾਹਮਣੇ ਉਹ ਵਿਚਾਰਾਂ ਰੱਖਦਾ ਕਿ ਮਨੁੱਖ ਨਾਲ ਨਾ ਕੋਈ ਵਰਨ ਜੋੜਿਆ ਜਾਏ, ਮਨੁੱਖ ਨਾਲ ਨਾ ਕੋਈ ਜ਼ਾਤ ਜੋੜੀ ਜਾਏ। ਗਰਭਵਾਸ ਮੇਂ ਕੁਲ ਨਹੀਂ ਜਾਤੀ, ਬ੍ਰਹਮ ਬਿੰਦੇ ਤੇ ਸਭ ਉਤਪਾਤੀ। ਇਹ ਕਬੀਰ ਦੇ ਬੋਲ ਨੇ। ਜ਼ਾਤ ਦਾ ਜਨਮ ਸਰੀਰ ਦੇ ਜਨਮ ਦੇ ਨਾਲ ਹੈ, ਵਰਨ ਦਾ ਜਨਮ ਸਰੀਰ ਦੇ ਜਨਮ ਦੇ ਨਾਲ ਹੈ। ਤੇ ਕਬੀਰ ਕਹਿੰਦੇ ਨੇ ਮੈਂ ਇਸ ਸਰੀਰ ਤੋਂ ਪਹਿਲੇ ਵੀ ਸੀ। ਜਦ ਮੈਂ ਪਹਿਲੇ ਵੀ ਸੀ ਤੇ ਇਸ ਵਰਨ ਦਾ, ਇਸ ਜ਼ਾਤ ਦਾ ਮੇਰੇ ਨਾਲ ਜੋੜਨਾ ਇੱਕ ਬੱਚਿਆਂ ਦੀ ਖੇਲ ਹੈ। ਲੇਕਿਨ ਬੜੇ ਬੜੇ ਆਲਮ ਵਿਦਵਾਨ ਵੀ ਕਈ ਦਫਾ ਇਸ ਤਰ੍ਹਾਂ ਦੀ ਬੱਚਿਆਂ ਦੀ ਖੇਲ ਕਰਦੇ ਨੇ। ਸਾਰੀ ਮਨੁੱਖਤਾ ਨੂੰ ਸਾਡੇ ਦੇਸ਼ ਦੇ ਮੁਖੀ ਲੋਕਾਂ ਨੇ 4 ਹਿੱਸਿਆਂ ਵਿੱਚ ਵੰਡ ਕੇ ਰੱਖਿਆ ਹੋਇਆ ਸੀ, ਜਿਸ ਤੋਂ ਕਬੀਰ ਬਿਲਕੁਲ ਇਨਕਾਰੀ ਹੋਏ। ਇਸ ਵੰਡ ਨੂੰ ਮੰਨਣ ਤੋਂ ਆਪ ਨੇ ਬਿਲਕੁਲ ਇਨਕਾਰ ਕਰ ਦਿੱਤਾ। ਆਪ ਨੇ ਸਪਸ਼ਟ ਰੂਪ ਵਿੱਚ ਕਹਿ ਦਿੱਤਾ, ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਤੋ ਆਨ ਬਾਟ ਕਾਹੇ ਨਹੀਂ ਆਇਆ। ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ। ਮੇਰੇ ਸਰੀਰ ਨੂੰ ਕੋਈ ਚੀਰੇ ਤੇ ਲਹੂ ਨਿਕਲਦਾ ਹੈ, ਪਰ ਐ ਬ੍ਰਾਹਮਣ ਤੇਰੇ ਸਰੀਰ ਨੂੰ ਕੋਈ ਚੀਰੇ ਤੇ ਦੁੱਧ ਥੋੜ੍ਹੀ ਨਿਕਲਦਾ ਹੈ, ਉਸ ਦੇ ਵਿੱਚ ਵੀ ਤੇ ਲਹੂ ਹੀ ਨਿਕਲਦਾ ਹੈ। ਮੇਰੇ ਸਰੀਰ ਦੇ ਅੰਦਰ ਹੱਡ ਮਾਸ ਮਿੰਜ ਔਰ ਦੁਰਗੰਧੀ ਇਤਿਆਦਿਕ ਹੈ, ਤੇਰੇ ਸਰੀਰ ਦੇ ਵਿੱਚ ਵੀ ਤੇ ਇਹੀ ਕੁਛ ਹੈ। ਸਰੀਰਕ ਤਲ ਤੇ ਆਪਣੇ ਬ੍ਰਾਹਮਣ ਹੋਣ ਦਾ ਸਬੂਤ ਦੇ ਕਿ ਤੇਰੇ ਤੇ ਮੇਰੇ 'ਚ ਫਰਕ ਕੀ ਹੈ। ਫਰਕ ਹੁੰਦਾ ਹੈ ਮਨ ਵਿੱਚ, ਫਰਕ ਹੁੰਦਾ ਹੈ ਵਿਚਾਰਾਂ ਵਿੱਚ, ਫਰਕ ਹੁੰਦਾ ਹੈ ਸੋਚਣੀ ਵਿੱਚ। ਔਰ ਮੇਰੇ ਵਿਚਾਰਾਂ ਵਿੱਚ ਪ੍ਰਮਾਤਮਾ ਹੈ, ਮੇਰੇ ਵਿਚਾਰਾਂ ਵਿੱਚ ਸੱਚ ਹੈ, ਮੇਰੇ ਵਿਚਾਰਾਂ ਵਿੱਚ ਈਸ਼ਵਰ ਹੈ, ਮੇਰੀ ਸੋਚ ਮੰਡਲ ਵਿੱਚ ਪ੍ਰਮਾਤਮਾ ਹੈ। ਇਸ ਵਾਸਤੇ ਮੈਂ ਤੇ ਉਸ ਨੂੰ ਬ੍ਰਾਹਮਣ ਮੰਨਦਾ। ਕਹੋ ਕਬੀਰ ਜੋ ਬ੍ਰਹਮ ਵਿਚਾਰੇ, ਸੋ ਬ੍ਰਾਹਮਣ ਕਹੀਅਤ ਹੈ ਹਮਾਰੇ। ਸਰੀਰ ਦੇ ਤਲ ਤੇ ਨਾ ਕੋਈ ਨੀਵਾਂ ਹੈ, ਨਾ ਕੋਈ ਉੱਚਾ ਹੈ। ਵਿਚਾਰ ਦੇ ਤਲ ਤੇ ਮਨੁੱਖ ਨੀਵਾਂ ਹੈ, ਮਨੁੱਖ ਉੱਚਾ ਹੈ। ਹਕੀਕਤ ਹੈ ਜਿਸ ਦੇ ਵਿਚਾਰ ਨੀਵੇਂ ਨੇ ਉਹ ਨੀਵਾਂ ਹੈ, ਜਿਸ ਦੇ ਵਿਚਾਰ ਉੱਚੇ ਨੇ ਉਹ ਉੱਚਾ ਹੈ। ਤੋ ਕਬੀਰ ਕਹਿੰਦੇ ਨੇ ਮੇਰੇ ਵਿਚਾਰ ਬ੍ਰਹਮ ਜੈਸੇ ਨੇ, ਪਰ ਅਕਸਰ ਮਨੁੱਖ ਦੀ ਦ੍ਰਿਸ਼ਟੀ ਸਰੀਰ ਤੇ ਹੀ ਰੁਕਦੀ ਹੈ। ਕੈਸੀ ਇੱਕ ਅਗੰਮੀ ਗਾਥਾ ਹੈ ਸਾਡੇ ਦੇਸ਼ ਦੇ ਵਿੱਚ ਪ੍ਰਚਲਿਤ ਕਿ ਰਿਸ਼ੀ ਅਸ਼ਟਾਵਕਰ ਜੋ ਆਪਣੇ ਸਰੀਰ ਵਿੱਚ 8 ਬਲ ਰੱਖਦੇ ਸਨ, ਲੱਤਾਂ ਟੇੜੀਆਂ, ਬਾਹਾਂ ਟੇੜੀ, ਗਰਦਨ ਟੇੜੀ, ਗਰਮ ਜੋ ਹੈ ਲੱਕ ਟੇੜਾ, ਗਰਸ ਕੇ ਸਾਰਾ ਸਰੀਰ 8 ਬਲਾਂ ਵਿੱਚ ਬਕਾਇਦਾ ਵਿੰਗਾ ਹੋਇਆ ਹੋਇਆ। ਕਹਿੰਦੇ ਨੇ ਜਨਕ ਦੀ ਸਭਾ ਵਿੱਚ ਜਦ ਆਪ ਦਾ ਅਚਾਨਕ ਆਣਾ ਹੋਇਆ, ਕਿਉਂਕਿ ਆਪ ਦੇ ਪਿਤਾ ਰਾਜਗੁਰੂ ਸਨ ਤੇ ਕਿਸੇ ਕਾਰਨ ਕਰਕੇ ਆਪ ਪਿਤਾ ਨੂੰ ਹੀ ਬੁਲਾਉਣ ਵਾਸਤੇ ਆਏ, ਤੇ ਸਰੀਰ ਦੇ ਇਹ 8 ਬਲ ਵੇਖ ਕੇ ਜਨਕ ਦੀ ਸਭਾ ਵਿੱਚ ਬੈਠੇ ਹੋਏ ਬ੍ਰਾਹਮਣ ਹੱਸ ਪਏ। ਔਰ ਹੱਸੀ ਦੇ ਵਿੱਚ ਮਖੌਲ ਸੀ, ਹੱਸੀ ਦੇ ਵਿੱਚ ਤਨਸ ਸੀ, ਹੱਸੀ ਦੇ ਵਿੱਚ ਨਿੰਦਾ ਸੀ, ਹੱਸੀ ਦੇ ਵਿੱਚ ਚੋਟ ਸੀ। ਚੋਟ ਕਰਨੀ ਹੋਵੇ ਕਿਸੇ ਤੇ ਮਨੁੱਖ ਰੋ ਕੇ ਵੀ ਚੋਟ ਕਰ ਸਕਦਾ ਹੈ, ਹੱਸ ਕੇ ਵੀ ਚੋਟ ਕਰ ਸਕਦਾ ਹੈ। ਚੋਟ ਕਰਨੀ ਹੋਵੇ ਕਿਸੇ ਤੇ ਮਨੁੱਖ ਨੇ ਤਾਂ ਉਹ ਅਪਮਾਨ ਕਰਕੇ ਵੀ ਚੋਟ ਕਰ ਸਕਦਾ ਹੈ, ਸਨਮਾਨ ਦੇ ਕੇ ਵੀ ਚੋਟ ਕਰ ਸਕਦਾ ਹੈ। ਚੋਟ ਕਰਨੀ ਹੋਵੇ ਕਿਸੇ ਤੇ ਹਕੀਕਤ ਹੈ ਕਿਸੇ ਦੀ ਇੱਜ਼ਤ ਕਰਕੇ ਵੀ ਚੋਟ ਕੀਤੀ ਜਾ ਸਕਦੀ ਹੈ, ਬੇਇੱਜ਼ਤੀ ਕਰਕੇ ਵੀ ਚੋਟ ਕੀਤੀ ਜਾ ਸਕਦੀ ਹੈ। ਕਿਸੇ ਦਾ ਦੇਣਾ ਵੀ ਦਰਅਸਲ ਖੋਣਾ ਆਉਂਦਾ ਹੈ, ਤੇ ਕਈ ਦਫਾ ਕਿਸੇ ਦਾ ਖੋਣਾ ਵੀ ਵਾਸਤਵਿਕ ਦੇਣਾ ਆਉਂਦਾ ਹੈ। ਇਸ ਹੱਸੀ ਦੇ ਵਿੱਚ ਬਹੁਤ ਗਹਿਰੀ ਚੋਟ ਸੀ, ਅਸ਼ਟਾਵਕਰ ਨੂੰ ਲੱਗੀ। ਆਪ ਨੇ ਸੁਤੇ ਸਿਦਕਿਆ, ਰਾਜਨ ਅੱਜ ਪਤਾ ਚੱਲਿਆ ਤੇਰੀ ਮਹਿਫਿਲ ਦੇ ਚਮਾਰ ਬੈਠੇ ਨੇ। ਮੈਂ ਤੇ ਸਮਝਿਆ ਸੀ ਬ੍ਰਾਹਮਣ ਹੋਣਗੇ, ਅੱਜ ਪਤਾ ਚੱਲਿਆ ਤੂੰ ਸ਼ੂਦਰਾਂ ਦੇ ਵਿੱਚ ਘਿਰਿਆ ਹੋਇਆ ਹੈ। ਮਹਾਂਪੁਰਸ਼ ਦੀ ਦ੍ਰਿਸ਼ਟੀ 'ਚ ਸ਼ੂਦਰ ਉਹ ਜਿਸ ਦੇ ਵਿਚਾਰ ਨੀਵੇਂ ਨੇ, ਤੂੰ ਤੇ ਸ਼ੂਦਰਾਂ ਵਿੱਚ ਘਿਰਿਆ ਹੋਇਆ ਹੈ। ਇਹਦੇ ਸਭ ਚਮਾਰ ਬੈਠੇ ਨੇ।
जनक ने आख्या, ऋषि जी चमार कैसे? तो आपने कहा, इन्होंने मेरी चमड़ी वेखी है, इन्होंने मेरा शरीर वेख्या है। ते चमार वो है जिसकी दृष्टि चमड़े ते, जिसकी दृष्टि शरीर ते, जिसकी दृष्टि मन ते है वो मनोविज्ञानी है, ते जिसकी दृष्टि आत्मा ते वो संत है, भगत है, गुरमुख है। इन्हों की दृष्टि मेरे शरीर ते है, ये चमार ने, ये मेरे मन तक भी नहीं पहुँचे। इन्हों विद्वान मन्ना तो मैं किस तरह मना, इन्हों दार्शनिक विचारक मैं मन्ना तो किस तरह मना। इन्हों की तय कुछ भी नहीं है, इन्हों की दृष्टि बहुत थोथी है और उपरली है। और अपने विचारों के राही एहसास करा दिता जनक नूं, भावें मेरे शरीर दे 8 बल ने पर मेरे मन दे एक बल भी नहीं, भावें इन्हां ब्राह्मणां दे शरीर दे कोई बल नहीं पर इन्हां दे मन दे लखां ही बल ने, लखां ही विंग ने, लखां ही टेढ़ापन है। तो हकीकत है भगत कबीर जी का ऐसा कहना, जे तू ब्राह्मण ब्राह्मणी जाया तो आन बाट का है नहीं आया। वे जिस ढंग नाल जगत ते मैं आया, ऐ ब्राह्मण तेरा भी आउण दा ढंग होई है। माँ बाप दे जरिए मैं आया, माँ बाप दे जरिए तू आया। मेरे शरीर दे च लहू है, तेरे शरीर दे च भी लहू है, कोई दुध नहीं है। फिर तू ब्राह्मण कैसा ते मैं शूद्र कैसा। हकीकत है कि कहो कबीर जो ब्रह्म विचारे, सो ब्राह्मण कहियत है हमारे। जुलाहे दे घर जन्म लैके ते इतनियां फिलसफे पूरत गल्लां करनियां, ब्रह्म दी विचार देनी, दरअसल ये अखौती हंकारी ब्राह्मणां नूं चंगा ना लगे। ऐसा दौर चलिया बनारस दे च, आप दिते तरह तरह के इल्ज़ाम लगे और ये इल्ज़ाम प्रथम ब्राह्मणों की तरफों लगे, फिर मौलवियों की तरफों लगे। ये पहला ऐसा पुरुष बनारस का जिहदे नाल ये दोवें फिरकियां दे मुखी सहमत ना होए। उसका एक कारण, जद मौलवी ने कहा नीरू जुलाहे नूं कि पुत्र तेरा हुण 9 साल का हो गया है, लिहाजा इसकी सुन्नत कराओ, और ये बकायदा शरा दा धार नहीं होवे। कहते ने माँ बाप राजी होए भी ठीक है। और इस्लामी जगत दे सुन्नत एक बहुत खुशी का दिन गिणिया जाता है। मिठाई वंडी जाती है, मेहमानों नूं भोज खाना खिलाया जाता है, आओ भगत की जाती है। और ये बालक अज तो शरा दे प्रवृत्त होया, इस गल की बहुत वड्डी खुशी मनाई जाती है। लेकिन कबीर ने सुन्नत कराण तो इनकार किया ते आप दे ये महाबोल गुरु ग्रंथ साहब जी महाराज दे इस ढंग नाल दर्ज ने कि सुन्नत करे जे तुर्क होएगा, मैं ना बदूंगा भाई, जोरे खुदाए को तुर्क करेगा, आपन ही कट जाए। सख्त सने कर तुर्क होएगा। हकीकत जे सख्त छुरी दे नाल, इंद्री कटण नाल जे कोई वाकई मुसलमान हो जाता है, तो ऐसा अगर रब चाहता सी तो रब स्वयं कट देंदा, परमात्मा ही सुन्नत कर देंदा। सुन्नत करे जे तुर्क होएगा, औरत का क्या करिए, अर्ध शरीरी नार न छोड़े, तांते हिंदू ही रहिए। बड़ी कीमती गल कबीर कह गए ने, अगर पुरुष की सुन्नत करोगे तो स्त्री का की करोगे। तो स्त्री ते आखिर हिंदू ही रही, अद्धा शरीर मुस्लिम अद्धा हिंदू। कबीर ने सुन्नत कराण तो इनकार किया और आख्या कि शरीर के सारे अंग परिपूर्ण परमात्मा की तरफों संपूर्ण ने, ते मैं किसी भी अंग नूं घटाण नूं राजी नहीं। लेकिन आपने इस रस्म नूं भी मनण तो इनकार किया कि 9 साल के बालक नूं जद यज्ञोपवीत कराया जाता है तो आप इस संबंध विच भी कहते हैं, हम गर सूत तने नित ताना, कंठ जनेऊ तुम्हारे, तुम तो पढ़ते वेद गायत्री, गोबिंद हृदय हमारे। भी जिहड़ा सूत्र तू वट पा के गल विच पा देना ते कहंदा जनेऊ है, ये सूत साडे घर विच कतिया जांदा है, साडे घर विच बनाया जांदा है, असीं बनांदे हां। हम गर सूत तने नित ताना,
ਕੰਠ ਜਨੇਊ ਤੁਮਾਰੇ, ਵੀ ਕਮਾਲ ਦੀ ਗੱਲ ਸੂਤਰ ਅਸੀਂ ਬਣਾਉਂਦੇ ਹਾਂ ਤੇ ਕੰਠ ਦੇ 'ਚ ਤੁਸੀਂ ਪਾ ਕੇ ਬ੍ਰਾਹਮਣ ਹੋ ਜਾਂਦੇ ਹੋ, ਜਦ ਕਿ ਬਣਾਉਂਦੇ ਅਸੀਂ ਹਾਂ। ਇਸ ਸੂਤ ਨੂੰ ਕੱਤਦੇ ਅਸੀਂ ਹਾਂ। ਤੁਮ ਤੋਂ ਪੜ੍ਹਤੇ ਵੇਦ ਗਾਇਤਰੀ, ਗੋਬਿੰਦ ਹਿਰਦੇ ਹਮਾਰੇ। ਜਿਸ ਲਈ ਤੁਸੀਂ ਵੇਦ ਪੜ੍ਹਦੇ ਹੋ, ਗਾਇਤਰੀ ਦਾ ਜਾਪ ਕਰਦੇ ਹੋ, ਉਹ ਗੋਬਿੰਦ ਮੇਰੇ ਹਿਰਦੇ ਦੇ 'ਚ, ਉਹ ਮੇਰੇ ਰੋਮ ਰੋਮ ਦੇ 'ਚ ਵਸਿਆ ਹੋਇਆ ਹੈ। ਇਸ ਤਰੀਕੇ ਨਾਲ ਦੋ ਫਿਰਕਿਆਂ ਦੇ ਧਾਰਮਿਕ ਮੁਖੀ, ਅਖੌਤੀ ਧਾਰਮਿਕ ਮੁਖੀ ਕਬੀਰ ਦੇ ਮੁਖਾਲਫ ਹੋਏ। ਔਰ ਇਸ ਤਰ੍ਹਾਂ ਦੇ ਫੋਕੇ ਧਾਰਮਿਕ ਬੰਦਿਆਂ ਦੀ ਮੁਖਾਲਫਤ ਕਈ ਦਫਾ ਬਹੁਤ ਵੱਡੇ ਦੁੱਖ ਤੇ ਪੀੜਾ ਨੂੰ ਜਨਮ ਦਿੰਦੀ ਹੈ। ਆਖਿਰ ਉਹ ਵੀ ਵਕਤ ਆ ਗਿਆ ਕਿ ਸਿਕੰਦਰ ਲੋਧੀ ਨੇ ਔਖੇ ਹੋ ਕੇ ਕਬੀਰ ਨੂੰ ਤਰ੍ਹਾਂ ਤਰ੍ਹਾਂ ਦੇ ਤਸਈਏ ਦੇਣੇ ਸ਼ੁਰੂ ਕੀਤੇ। ਔਰ ਉਹ ਵੀ ਸਮਾਂ ਆ ਗਿਆ ਕਿ ਦੂਸਰੇ ਫਿਰਕੇ ਦੇ ਮੁਖੀਆਂ ਨੇ ਕਬੀਰ ਦੇ ਘਰ ਨੂੰ ਅੱਗ ਲਾ ਦਿੱਤੀ। ਬਨਾਰਸ ਦੇ 'ਚ ਆਪ ਦੀ ਝੁੱਗੀ ਜਲ ਗਈ, ਖੱਡੀ ਜਲ ਗਈ, ਬੁਣਿਆ ਹੋਇਆ ਕੱਪੜਾ ਜਲ ਗਿਆ। ਔਰ ਅੱਧੀ ਰਾਤ ਦੇ ਵਕਤ ਕਬੀਰ ਦੇ ਘਰ ਨੂੰ ਅੱਗ ਲਾਈ ਗਈ। ਕਬੀਰ ਗੰਗਾ ਦੇ ਤੱਟ ਤੇ ਬੈਠਾ ਸੀ। ਆਪ ਦਾ ਲੜਕਾ ਕਮਾਲ, ਜੋ ਵਾਕਈ ਕਮਾਲ ਸੀ, ਜੀਵਨ ਦੇ 'ਚ ਜ਼ਿੰਦਗੀ ਦੇ ਹਰ ਪਹਿਲੂ ਦੇ 'ਚ ਕਮਾਲ ਦਿਖਾਣਾ ਹੀ ਉਸ ਦਾ ਕਮਾਲ ਸੀ। ਉਹ ਭੱਜਿਆ ਹੋਇਆ ਗਿਆ ਗੰਗਾ ਦੇ ਤੱਟ ਤੇ ਭਗਤ ਜੀ ਆਪਣੇ ਪਿਤਾ ਨੂੰ ਕਹਿਣ ਲੱਗਾ, ਬਾਪੂ ਘਰ ਨੂੰ ਅੱਗ ਲੱਗ ਗਈ ਹੈ, ਝੁੱਗੀ ਜਲ ਗਈ ਹੈ, ਖੱਡੀ ਜਲ ਗਈ ਹੈ, ਸਾਰਾ ਸਮਾਨ ਜਲ ਕੇ ਰਾਖ ਹੋ ਗਿਆ ਹੈ, ਸਾਡੇ ਮਕਾਨ ਨੂੰ ਜਲਾ ਕੇ ਖਾਕ ਕਰ ਦਿੱਤਾ ਗਿਆ ਹੈ। ਕਬੀਰ ਕਿਸੇ ਮੌਜ 'ਚ ਬੈਠੇ ਸਨ, ਕਿਸੇ ਅਗੰਮੀ ਰਸ ਦੇ 'ਚ ਬੈਠੇ ਸਨ। ਆਪਨੇ ਫੌਰਨ ਕਹਿ ਦਿੱਤਾ, ਰਾਮ ਜਪਤ ਤਨ ਜਰ ਕੀ ਨਾ ਜਾਏ, ਰਾਮ ਨਾਮ ਚਿਤ ਰਹਿਓ ਸਮਾਏ। ਐ ਮੇਰੇ ਬੇਟੇ, ਜਿਸ ਮਸਤੀ ਦੇ 'ਚ ਮੈਂ ਲੀਨ ਹਾਂ, ਜਿਸ ਰੰਗ ਦੇ 'ਚ ਮੈਂ ਬੈਠਾ ਹਾਂ, ਮੇਰੇ ਤਨ ਨੂੰ ਵੀ ਕੋਈ ਅੱਗ ਲਾ ਦੇਵੇ ਤਾਂ ਵੀ ਪਰਵਾਹ ਨਹੀਂ, ਕੋਈ ਗੱਲ ਨਹੀਂ। ਜਿਸ ਮੌਜ ਦੇ 'ਚ ਮੈਂ ਬੈਠਾ, ਇਸ ਮੌਜ ਨੂੰ ਕੋਈ ਅੱਗ ਨਹੀਂ ਲਾ ਸਕਦਾ। ਜਿਸ ਆਨੰਦ ਦੇ 'ਚ ਮੈਂ ਬੈਠਾ, ਇਸ ਨੂੰ ਕੋਈ ਜਲਾ ਨਹੀਂ ਸਕਦਾ, ਇਹਨੂੰ ਕੋਈ ਸਾੜ ਨਹੀਂ ਸਕਦਾ। ਤੇ ਜਿਹੜੀਆਂ ਚੀਜ਼ਾਂ ਸੜ ਗਈਆਂ ਨੇ, ਕੋਈ ਗੱਲ ਨਹੀਂ, ਇਹ ਫਿਰ ਬਣ ਜਾਣਗੀਆਂ, ਇਸ ਦੀ ਚਿੰਤਾ ਕਰਨ ਦੀ ਲੋੜ ਨਹੀਂ। ਔਰ ਮੈਨੂੰ ਤੇ ਐਸਾ ਮਹਿਸੂਸ ਹੁੰਦਾ ਹੈ, ਇਹ ਅੱਗ ਵੀ ਪ੍ਰਭੂ ਆਪ ਹੈ, ਇਹ ਪਵਨ ਵੀ ਪ੍ਰਭੂ ਆਪ ਹੈ। ਆਪੇ ਪਾਵਕ ਆਪੇ ਪਵਨਾ, ਜਾਰੇ ਖਸਮ ਤਾਂ ਰਾਖੇ ਕਵਨਾ। ਜ਼ਰਰੇ ਜ਼ਰਰੇ ਵਿੱਚ ਪ੍ਰਭੂ ਦੇ ਦਰਸ਼ਨ ਕਰਨੇ ਔਰ ਉਸ ਦਾ ਦਰਸ਼ਨ ਕਰਾਉਣਾ, ਇਹੀ ਰੋਜ਼ਮਰਾ ਦੀ ਜ਼ਿੰਦਗੀ ਦਾ ਕਰਤੱਵ ਬਣ ਗਿਆ। ਤੋ ਸਿਕੰਦਰ ਲੋਧੀ ਦੀ ਮੁਖਾਲਫਤ ਵੀ ਆਪਣਾ ਰੰਗ ਲਿਆਈ। ਔਰ ਇਹ ਮੁਖਾਲਫਤ ਸਿਰਫ ਇਸ ਵਾਸਤੇ ਸੀ ਕਿ ਜਿੱਥੇ ਉਹ ਹਿੰਦੂ ਤੱਤ ਦੀ ਸ਼ਰ੍ਹਾ ਦਾ ਧਾਰਨੀ ਨਹੀਂ ਸੀ, ਉੱਥੇ ਮੁਸਲਿਮ ਸ਼ਰ੍ਹਾ ਦਾ ਵੀ ਧਾਰਨੀ ਨਹੀਂ ਸੀ। ਬਨ ਕੇ ਹਾਥੀ ਦੇ ਅੱਗੋਂ ਸੁੱਟ ਦਿੱਤਾ ਗਿਆ, ਹੱਥ ਪੈਰ ਬਨ ਕੇ, ਮੁਸ਼ਕਾਂ ਬਨ ਕੇ। ਇੱਕ ਐਸਾ ਹਾਥੀ ਜਿਹਨੂੰ ਸ਼ਰਾਬ ਪਿਲਾ ਦਿੱਤੀ ਗਈ ਤੇ ਮਹਾਵਤ ਨੂੰ ਬਿਠਾ ਕੇ ਕਹਿ ਦਿੱਤਾ ਗਿਆ, ਕਬੀਰ ਨੂੰ ਇਸ ਹਾਥੀ ਦੇ ਥੱਲੇ ਰੋਂਦ ਕੇ ਲਿਤਾੜ ਕੇ ਖਤਮ ਕਰ ਦਿਓ। ਪਰ ਕਮਾਲ ਦਾ ਉਹ ਹਾਥੀ, ਉਸਨੇ ਸੂੰਡ ਦੇ ਨਾਲ ਕਬੀਰ ਨੂੰ ਚੁੱਕਿਆ, ਕਬੀਰ ਨੂੰ ਮੱਥਾ ਟੇਕਿਆ। ਕਬੀਰ ਆਪ ਇਸ ਵਾਰਤਾ ਨੂੰ ਆਪਣੇ ਸ਼ਬਦ ਵਿੱਚ ਕਲਮਬੰਦ ਕਰਦੇ ਨੇ, ਹਸਤ ਨ ਤੋਰੇ ਧਰੇ ਧਿਆਨ, ਵਾਕੇ ਹਿਰਦੇ ਬਸੇ ਭਗਵਾਨ। ਹਾਥੀ ਨੇ ਮੇਰੇ ਸਰੀਰ ਨੂੰ ਤੋੜਿਆ ਨਹੀਂ, ਲਿਤਾੜਿਆ ਨਹੀਂ, ਬਲਕਿ ਕੁੰਚਰ ਪੋਟ ਲੈ ਲੈ ਨਮਸਕਾਰੇ, ਬੂਝੀ ਕਾਜੀ ਨੈ ਅੰਧਾਰੇ। ਵੀ ਉਹ ਤੇ ਮੇਰੀ ਉਸ ਪੋਟਲੀ ਨੂੰ ਜੋ ਮੁਸ਼ਕਾ ਬਣ ਕੇ ਮੈਨੂੰ ਰੱਖਿਆ ਗਿਆ, ਮੱਥਾ ਟੇਕਦਾ ਹੈ। ਕੁੰਚਰ ਪੋਟ ਲੈ ਲੈ ਨਮਸਕਾਰੇ। ਆਮ ਸਿਆਣਿਆਂ ਦਾ ਚਿੰਤਨ ਐਸਾ ਕਹਿੰਦਾ ਹੈ, ਗਊ, ਹਾਥੀ, ਹੰਸ, ਮੋਰ, ਕੁੱਤਾ ਔਰ ਘੋੜਾ ਇਹ ਮਨੁੱਖ ਦੇ ਬਹੁਤ ਨੇੜੇ ਨੇ। ਇਹ ਸੋਚਦੇ ਨੇ, ਇਹਨਾਂ ਦੇ ਅੰਦਰ ਸੋਚ ਦਾ ਮਾਦਾ ਉਤਪੰਨ ਹੋ ਸਕਦਾ ਹੈ ਜਾਂ ਉਤਪੰਨ ਹੋ ਗਿਆ ਹੈ। ਐਸਾ ਤੇ ਨਹੀਂ ਆਖ ਸਕਦੇ ਕਿ ਸਾਰੇ ਹੀ ਘੋੜੇ ਜਾਂ ਸਾਰੇ ਹੀ ਹਾਥੀ ਸੋਚਦੇ ਨੇ, ਸਾਰੇ ਤੇ ਮਨੁੱਖ ਵੀ ਸੋਚ ਮੰਡਲ ਦੇ 'ਚ ਨਹੀਂ ਰਹਿੰਦੇ। ਲੇਕਿਨ ਇਸ ਪਸ਼ੂ ਸ਼੍ਰੇਣੀ ਦੇ 'ਚ ਬਹੁਤ ਸਾਰੇ ਐਸੇ ਨੇ ਜਿਨ੍ਹਾਂ ਦਾ ਮਨ ਵਿਕਸਿਤ ਹੋ ਚੁੱਕਿਆ ਹੈ ਔਰ ਉਹ ਮਨੁੱਖ ਦੇ ਨੇੜੇ ਨੇ। ਹਾਥੀ ਵੀ ਉਸੇ ਸ਼੍ਰੇਣੀ ਵਿੱਚ ਆਉਂਦਾ ਹੈ। ਉਹ ਬਾਰ-ਬਾਰ ਕਬੀਰ ਨੂੰ ਨਮਸਕਾਰ ਕਰਦਾ ਹੈ। ਤੇ ਹਾਥੀ ਦਾ ਇਹ ਪ੍ਰਸੰਗ
जो गुरु तेग बहादुर साहब जी महाराज ने बार बार अपनी बाणी ਦੇ ਦੁਹਰਾਇਆ ਹੈ ਕਿ ਜਿਸ ਵਕਤ ਉਹ ਪਾਣੀ ਪੀਣ ਲਈ ਇੱਕ ਸਰੋਵਰ ਵਿੱਚ ਗਿਆ ਤਾਂ ਇੱਕ ਮਗਰਮੱਛ ਨੇ ਹਾਥੀ ਨੂੰ ਪਕੜ ਲਿਆ। ਉਹ ਪੈਰ ਮੂੰਹ ਵਿੱਚ ਪਾ ਕੇ ਗਹਿਰੇ ਪਾਣੀ ਵਿੱਚ ਘਸੀਟ ਕੇ ਲੈ ਜਾ ਰਿਹਾ ਹੈ ਤੇ ਪਾਣੀ ਵਿੱਚ ਮਗਰਮੱਛ ਦੀ ਤਾਕਤ ਬਹੁਤ ਜ਼ਿਆਦਾ ਹੁੰਦੀ ਹੈ। ਉਸ ਵਕਤ ਪੀੜਤ ਹਾਥੀ ਨੇ ਇੱਕ ਕਮਲ ਦਾ ਫੁੱਲ ਤੋੜ ਕੇ ਪਰਮਾਤਮਾ ਨੂੰ ਪੇਸ਼ ਕੀਤਾ, ਜਿਸ ਦਾ ਜ਼ਿਕਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇੰਜ ਕਰਦੇ ਨੇ, ਜਬ ਹੀ ਸਰਨ ਗਹੀ ਕਿਰਪਾ ਨਿਧ ਗਜ ਗਰਾਤੇ ਛੂਟਾ ਮਹਿਮਾ ਨਾਮ ਕਹਾਂ ਲਓ ਬਰਨੋ ਰਾਮ ਕਹਿਤ ਬੰਧਨ ਤੇ ਟੂਟਾ। ਇਹਦਾ ਮਤਲਬ ਹੈ ਹਾਥੀ ਵੀ ਰਾਮ ਕਹਿ ਸਕਦਾ ਹੈ। ਇਹਦਾ ਮਤਲਬ ਹੈ ਕਿ ਹਾਥੀ ਵੀ ਰਾਮ ਬਾਰੇ ਸੋਚ ਸਕਦਾ ਹੈ, ਹਾਥੀ ਵੀ ਈਸ਼ਵਰ ਦਾ ਚਿੰਤਨ ਕਰ ਸਕਦਾ ਹੈ। ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਇੱਕ ਥਾਂ ਤੇ ਨਹੀਂ, ਅਨੇਕਾਂ ਥਾਵਾਂ ਤੇ ਇਹ ਉਦਾਹਰਣ ਆਇਆ ਹੈ। ਭਾਈ ਗੁਰਦਾਸ ਜੀ ਨੇ ਵੀ ਇਸ ਦਾ ਜ਼ਿਕਰ ਕੀਤਾ ਹੈ। ਦੁਖਤ ਗਜਿੰਦ ਅਰਬਿੰਦ ਗਏ ਭੇਟ ਰਾਖੇ ਤਾਂ ਕਿ ਕਾਜੇ ਚੱਕਰ ਪਾਣ ਆਣ ਗ੍ਰਸੇ ਗ੍ਰਾਹ ਜੀ। ਭਾਈ ਸਾਹਿਬ ਕਹਿੰਦੇ ਦੁਖਤ ਅਵਸਥਾ ਦੇ ਵਿੱਚ ਹਾਥੀ ਨੇ ਕਮਲ ਦਾ ਫੁੱਲ ਪ੍ਰਭੂ ਨੂੰ ਭੇਟ ਕੀਤਾ, ਅਰਦਾਸ ਕੀਤੀ, ਹੇ ਪ੍ਰਭੂ ਮੇਰੀ ਰੱਖਿਆ ਕਰ। ਅਤੀ ਵਿਪਤਾ ਦੇ ਵਿੱਚ ਫਸੇ ਹੋਏ ਕਈ ਦਫਾ ਪਸ਼ੂ ਵੀ ਗੈਬੀ ਸ਼ਕਤੀ ਨੂੰ ਪੁਕਾਰਦੇ ਨੇ, ਕਿਉਂਕਿ ਉਹਨਾਂ ਕੋਲ ਉਸ ਗੈਬੀ ਸ਼ਕਤੀ ਤੋਂ ਇਲਾਵਾ ਹੋਰ ਕੋਈ ਆਸਰਾ ਨਹੀਂ ਰਹਿੰਦਾ, ਹੋਰ ਕੋਈ ਸਹਾਰਾ ਨਹੀਂ ਰਹਿੰਦਾ। ਅਗਰ ਹਾਥੀ ਐਸਾ ਸੋਚ ਸਕਦਾ ਹੈ ਤਾਂ ਹਾਥੀ ਫਿਰ ਮਨੁੱਖ ਦੇ ਬਹੁਤ ਨੇੜੇ ਹੈ। ਤੇ ਕਬੀਰ ਨੇ ਜੋ ਆਪਣੀ ਬਾਣੀ ਵਿੱਚ ਇਹ ਵਾਰਤਾ ਕਲਮਬੰਦ ਕੀਤੀ ਹੈ, ਤੇ ਕਬੀਰ ਨੂੰ ਹੋਇਆ ਕੋਈ ਬਹੁਤ ਲੰਬਾ ਅਰਸਾ ਨਹੀਂ ਹੋਇਆ, 600 ਸਾਲ ਦਾ ਸਮਾਂ ਬਤੀਤ ਹੋਇਆ ਜਦ ਕਿ ਘਟਨਾ ਘਟੀ ਹੈ। ਕੁੰਚਰ ਪੋਟ ਲੈ ਲੈ ਨਮਸਕਾਰੇ ਬੂਝੀ ਕਾਜੀ ਨਹਿ ਅੰਧਿਆਰੇ। ਕਬੀਰ ਕਹਿੰਦੇ ਨੇ ਕਮਾਲ ਦੀ ਗੱਲ, ਹਾਥੀ ਦੀ ਅੱਖਾਂ ਖੁੱਲੀਆਂ ਨੇ, ਉਹ ਮੇਰੀ ਅਸਲੀਅਤ ਵੇਖ ਰਿਹਾ ਹੈ, ਪਰ ਕਾਜ਼ੀ ਨੂੰ ਤੇ ਸਿਕੰਦਰ ਲੋਧੀ ਨੂੰ ਅਸਲੀਅਤ ਨਹੀਂ ਦਿਖਾਈ ਦਿੰਦੀ। ਔਖਾ ਹੋ ਗਿਆ ਸਿਕੰਦਰ ਲੋਧੀ ਵੀ ਹਾਥੀ ਨੇ ਤੋੜਿਆ ਨਹੀਂ, ਹਾਥੀ ਨੇ ਕੁਚਲਿਆ ਨਹੀਂ, ਹਾਥੀ ਨੇ ਕਬੀਰ ਨੂੰ ਖਤਮ ਨਹੀਂ ਕੀਤਾ। ਤਾਂ ਅਹਿਲਕਾਰਾਂ ਨੂੰ ਕਿਹਾ ਇਹਨੂੰ ਚੁੱਕ ਕੇ ਗੰਗਾ 'ਚ ਸੁੱਟ ਦਿਓ। ਗੰਗਾ ਆਪਣੇ ਜੋਬਨ ਤੇ ਚੜੀ ਹੋਈ ਸੀ, ਭਾਦਰੋਂ ਦਾ ਮਹੀਨਾ ਸੀ, ਅਥਾਹ ਪਾਣੀ ਵਗ ਰਿਹਾ ਸੀ। ਆਖਰ ਕਬੀਰ ਨੂੰ ਚੁੱਕ ਕੇ ਗੰਗਾ ਦੇ ਗਹਿਰੇ ਪ੍ਰਵਾਹ ਦੇ ਵਿੱਚ ਸੁੱਟ ਦਿੱਤਾ ਗਿਆ। ਆਪ ਦੇ ਉੱਥੇ ਵੀ ਬਹੁਤ ਸੁੰਦਰ ਬੋਲ ਨੇ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਜ ਨੇ। ਗੰਗਾ ਕੀ ਲਹਿਰ ਮੇਰੀ ਟੂਟੀ ਜ਼ੰਜੀਰ ਮ੍ਰਿਗ ਛਾਲਾ ਪਰ ਬੈਠੇ ਕਬੀਰ। ਜਿਹੜੀਆਂ ਲਹਿਰਾਂ ਬੰਦੇ ਨੂੰ ਡੋਬ ਕੇ ਰੱਖ ਦਿੰਦੀਆਂ ਨੇ, ਉਹਨਾਂ ਲਹਿਰਾਂ ਨੇ ਕਬੀਰ ਦੀਆਂ ਜ਼ੰਜੀਰਾਂ ਹੀ ਤੋੜ ਦਿੱਤੀਆਂ। ਇਸ ਨੂੰ ਇੱਕ ਉਰਦੂ ਦਾ ਸ਼ਾਇਰ ਇੰਜ ਕਹਿੰਦਾ ਹੈ, ਫਾਨੂਸ ਬਨ ਕੇ ਜਿਸ ਕੀ ਹਿਫਾਜ਼ਤ ਹਵਾ ਕਰੇ वो शमा कब बुझे जिसे रोशन खुदा करे। हवा ही जिस दीवे दी हिफाजत करे उस दीवे नूं कौन बुझाएगा। लहरां ही जिस मनुख नूं पारले कंडे ते लै जान, किनारे ते लाण, उस बंदे नूं डोबना बड़ा औखा है। दुख ही जिस बंदे नूं ज्ञान दे जान, शिक्षा दे जान और भव सागर तो पार होण दी प्रेरणा दे जान, ऐसे बंदे नूं दुखी करना बहुत औखा है। ऐसे बंदे नूं पीड़ित करना बहुत औखा है। सियाणा बंदा ते जिंदगी दे हर दुख तो नवा अनुभव लैंदा है, नवी प्रेरणा लैंदा है, नवी शिक्षा लैंदा है, नवी दीक्षा लैंदा है। तो आप कहंदे ने गंगा की लहर मेरी टूटी जंजीर मृग छाला पर बैठे कबीर। और आप साफ कहंदे ने मन न डरे तन काहे को डिगाए चरण कमल चित रहो समाए। मन प्रभु ਦੇ ਚਰਨ ਨਾਲ ਐਸਾ ਜੁੜਿਆ ਤੇ ਜਦ ਮਨ ਡਰਦਾ ਹੀ ਨਹੀਂ ਤੇ ਇਹ ਸਿਕੰਦਰ ਸਰੀਰ ਦੇ ਭਾਵੇਂ ਤੂੰ ਟੁਕੜੇ ਟੁਕੜੇ ਕਰ ਦੇ, ਸਰੀਰ ਦੇ ਭਾਵੇਂ ਤੂੰ ਪੁਰਜ਼ੇ ਪੁਰਜ਼ੇ ਕਰ ਦੇ, ਇਹ ਸਿਕੰਦਰ ਲੋਧੀ ਮੈਂ ਸਰੀਰ ਦੇ ਤਲ ਤੋਂ ਉੱਚਾ ਜੀ ਰਿਹਾ। ਸਰੀਰ ਨੂੰ ਭਾਵੇਂ ਤੂੰ ਡੋਬ ਦੇ, ਸਰੀਰ ਨੂੰ ਭਾਵੇਂ ਤੂੰ ਕੱਟ ਦੇ, ਸਰੀਰ ਨੂੰ ਭਾਵੇਂ ਤੂੰ ਛਲਣੀ ਕਰ ਦੇ, ਸਰੀਰ ਦੇ ਭਾਵੇਂ ਤੂੰ ਪੁਰਜ਼ੇ ਪੁਰਜ਼ੇ ਕਰ ਦੇ, ਮੇਰਾ ਮਨ ਡਰਦਾ ਹੀ ਨਹੀਂ। ਵਾਕਈ ਵੱਡੇ ਵੱਡੇ ਕੰਮ ਸੰਸਾਰ ਵਿੱਚ ਉਹਨਾਂ ਮਨੁੱਖਾਂ ਨੇ ਕੀਤੇ ਨੇ ਜੋ ਸਰੀਰ ਦੇ ਤਲ ਤੋਂ ਥੋੜ੍ਹਾ ਜਿਹਾ ਉੱਚਾ ਜੀਵਦੇ ਨੇ, ਜੋ ਸਰੀਰ ਦੇ ਮੋਹ ਦੇ 'ਚ, ਸਰੀਰ ਦੀ ਪਕੜ ਦੇ 'ਚ ਜੀਵਦੇ ਨੇ। ਖਿਮਾ ਕਰਨੀ ਉਹ ਮਨੁੱਖ ਕਦੀ ਵੀ ਸੰਸਾਰ ਦੇ 'ਚ ਕੋਈ ਖਾਸ ਕੰਮ, ਮਹਾਨ ਕੰਮ ਨਹੀਂ ਕਰ ਸਕੇ ਔਰ ਹਮੇਸ਼ਾ ਹੀ ਜ਼ਿੰਦਗੀ ਦੀ ਦੌੜ ਦੇ 'ਚ ਪਛੜੇ ਜੋ ਹੈ ਰਹਿ ਜਾਂਦੇ ਨੇ। ਤੋ ਭਗਤ ਕਬੀਰ ਹਰ ਫਿਰਕੇ ਨੂੰ, ਹਰ ਤਬਕੇ ਨੂੰ ਸੱਚ ਦਾ ਉਪਦੇਸ਼, ਸੱਚ ਦਾ ਸੰਦੇਸ਼ ਦਿੰਦੇ ਹੋਇਆਂ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ। ਬਿਰਧ ਹੋ ਗਏ।
बुढ़ापा हो गया तो आपने बनारस छड्डण का फैसला किया। सगल जन्म शिवपुरी बिताया, मरती बार मगहर उठदाया। आप स्वयं कहते हैं कि मेरा अंतिम समय जद आया तो मैं मगहर चला गया। क्यों? जो तन काशी तजे कबीरा, रमैये कहाँ न हो रहा। फिर राम दा की एहसान कि मैं बनारस दे प्राण त्याग के शिवां दी पुरी चला जावां, मोक्ष ਨੂੰ ਪ੍ਰਾਪਤ ਕਰਾਂ, ਤੇ ਮੇਰੀ ਬੰਦਗੀ ਦਾ ਕੀ ਲਾਭ, ਮੇਰੇ ਕੀਤੇ ਹੋਏ ਜਪ ਤਪ ਦਾ ਕੀ ਲਾਭ। ਇਸ ਵਾਸਤੇ ਆਪ ਆਪਣੀ ਪਤਨੀ ਨੂੰ ਮੁਖਾਤਬ ਕਰਦੇ ਹੋਏ ਕਹਿੰਦੇ ਨੇ, ਕਹਿਤ ਕਬੀਰ ਸੁਨੋਰੀ ਲੋਈ, ਪਰਮ ਨ ਭੂਲੋ ਕੋਈ, ਕਿਆ ਕਾਸੀ ਕਿਆ ਉਹ ਕਰ ਮਗਹਰ, ਰਾਮ ਹਿਰਦੇ ਜੋ ਹੋਈ। ਚਾਹੇ ਬਨਾਰਸ ਹੋਵੇ ਤੇ ਚਾਹੇ ਮਗਹਰ ਧਰਤੀ ਹੋਵੇ, ਰਾਮ ਨਾਮ ਦੇ ਚ ਲੀਨ ਜਿਹੜਾ ਪੁਰਸ਼ ਹੈ, ਚਾਹੇ ਬਨਾਰਸ ਦੇ ਸਮਾ ਜਾਏ ਤੇ ਚਾਹੇ ਮਗਹਰ ਦੇ ਸਮਾ ਜਾਏ, ਉਹ ਵਾਸਤਵਿਕ ਮੋਕਸ਼ ਗਤੀ ਨੂੰ ਪ੍ਰਾਪਤ ਹੁੰਦਾ ਹੈ। ਕਿਉਂਕਿ ਉਹਦੇ ਹਿਰਦੇ ਵਿੱਚ ਰਾਮ ਦਾ ਵਾਸਾ ਹੈ, ਉਸਦੇ ਹਿਰਦੇ ਵਿੱਚ ਈਸ਼ਵਰ ਦਾ ਵਾਸਾ ਹੈ। ਅਸਥਾਨ ਭੇਦ ਉਸ ਲਈ ਕੋਈ ਮੈਨੇ ਨਹੀਂ ਰੱਖਦਾ, ਕੋਈ ਅਹਿਮੀਅਤ ਨਹੀਂ ਰੱਖਦਾ। ਇਸ ਤਰ੍ਹਾਂ ਦੇ ਭਰਮ ਵਹਿਮ ਤੋਂ ਕਬੀਰ ਨੇ ਮਨੁੱਖਤਾ ਨੂੰ ਉੱਚਾ ਕੀਤਾ। ਹਰ ਵਿਸ਼ੇਸ਼ ਵਿਅਕਤੀ ਦਾ ਕੁਝ ਧਾਰਮਿਕ ਜੀਵਨ ਹੁੰਦਾ ਹੈ, ਕੁਝ ਸਮਾਜਿਕ ਜੀਵਨ ਹੁੰਦਾ ਹੈ ਔਰ ਕੁਝ ਰਾਜਨੀਤਿਕ। ਇਤਿਹਾਸ ਦੇ ਵਿੱਚ ਇਹ ਤਿੰਨੇ ਪੱਖ ਭਗਤ ਕਬੀਰ ਦੇ ਮਿਲਦੇ ਨੇ। ਧਾਰਮਿਕ ਤੌਰ ਤੇ ਸਿਰਮੌਰ ਮਨੁੱਖ, ਉਸਦੇ ਬਾਕੀ ਦੇ ਜੀਵਨ ਦੇ ਪਹਿਲੂ ਬੇਦਾਗ ਰਹਿੰਦੇ ਨੇ। ਉਹ ਮਨੁੱਖ ਦਾਗੀ ਆਉਂਦਾ ਹੈ ਸਮਾਜਿਕ ਤਲ ਤੇ, ਰਾਜਨੀਤਿਕ ਤਲ ਤੇ, ਜਿਸ ਦੇ ਕੋਲ ਧਾਰਮਿਕ ਉੱਚਤਾ ਨਹੀਂ ਹੈ, ਧਾਰਮਿਕ ਜੀਵਨ ਨਹੀਂ ਹੈ। ਇਸ ਵਾਸਤੇ ਭਗਤ ਕਬੀਰ ਜੀ ਦਾ ਸਮਾਜਿਕ ਜੀਵਨ ਅਤਿਅੰਤ ਪਵਿੱਤਰ, ਮਹਾਨ। ਔਰ ਭਗਤ ਕਬੀਰ ਜੀ ਨੇ ਰਾਜਨੀਤਿਕ ਵਿਚਾਰ ਵੀ ਜੋ ਸੰਸਾਰ ਨੂੰ ਦਿੱਤੇ, ਪਵਿੱਤਰਤਾ ਨਾਲ ਭਰੇ ਹੋਏ ਔਰ ਨਿਰਮਲਤਾ ਦੀ ਰੋਸ਼ਨੀ ਵੰਡਣ ਵਾਲੇ ਨੇ। ਆਪ ਦੇ ਮਾਂ ਬਾਪ ਜਿੱਥੇ ਆਪ ਤੋਂ ਸਦਕੇ ਜਾਂਦੇ ਨੇ, ਆਪ ਦੀ ਪਤਨੀ ਆਗਿਆਕਾਰ ਹੈ ਔਰ ਪਿਤਾ ਪੁੱਤਰ ਸਹਿਮਤ ਹੋ ਕੇ ਚੱਲਣ ਵਾਲੇ ਨੇ। ਪਰਿਵਾਰਕ ਜ਼ਿੰਦਗੀ ਅਤਿਅੰਤ ਮਹਾਨ ਹੈ ਔਰ ਇਹ ਮਹਾਂਪੁਰਸ਼ ਦੀ ਇਹ ਖੂਬੀ ਆਉਂਦੀ ਹੈ ਕਿ ਮੈਂ ਸਾਰੇ ਸੰਸਾਰ ਨਾਲ ਬਣਾ ਕੇ ਰੱਖਣੀ ਹੈ, ਲਿਹਾਜ਼ਾ ਉਸ ਸਾਰੇ ਸੰਸਾਰ ਵਿੱਚ ਮੇਰਾ ਪਰਿਵਾਰ ਵੀ ਆਉਂਦਾ ਹੈ ਤੇ ਮੈਂ ਪਰਿਵਾਰ ਨਾਲ ਵੀ ਬਣਾ ਕੇ ਜੋ ਹੈ ਰੱਖਣੀ। ਕਬੀਰ ਦੇ ਜੀਵਨ ਦੇ ਇਹ ਸਾਰੇ ਪਹਿਲੂ ਬੇਦਾਗ ਨੇ, ਨਿਰਮਾਣਤਾ ਦੀ ਆਪ ਮੂਰਤੀ ਨੇ। ਕਹਿੰਦੇ ਨੇ ਇੱਕ ਦਫਾ ਈਰਖਾਲੂਆਂ ਨੇ ਆਪ ਦੀ ਬੇਇੱਜ਼ਤੀ ਕਰਾਉਣ ਲਈ, ਆਪ ਦੀ ਹੇਠੀ ਕਰਾਉਣ ਲਈ ਆਲੇ ਦੁਆਲੇ ਐਸੇ ਪੱਤਰ ਭੇਜ ਦਿੱਤੇ ਕਿ ਆਉਣ ਵਾਲੀ ਪੂਰਨਮਾਸ਼ੀ ਦੇ ਦਿਨ ਕਬੀਰ ਦੇ ਘਰ ਬ੍ਰਹਮ ਭੋਜ ਹੋਵੇਗਾ। ਕਬੀਰ ਨੇ ਇੱਕ ਇੱਕ ਮੋਹਰ ਸੋਨੇ ਦੀ ਦਕਸ਼ਣਾ ਵੀ ਦੇਣੀ ਹੈ ਔਰ ਵਸਤਰ ਵੀ ਦੇਣੇ ਨੇ। ਲੋੜਵੰਦ ਸਾਧੂ ਸੰਤ ਹੋਰ ਕਬੀਰ ਦੇ ਘਰ ਮੇਲੇ ਦੇ ਰੂਪ ਵਿੱਚ ਜਮ੍ਹਾਂ ਹੋਏ। ਪਰ ਦੇਵਨੇਤ ਐਸੇ ਲੋਕ ਵੀ ਆਏ ਜਿਨ੍ਹਾਂ ਨੇ ਉਸ ਦਿਨ ਬ੍ਰਹਮ ਭੋਜ ਦਾ ਸਾਰਾ ਨਿਜ਼ਾਮ ਖੁਦ ਚਲਾਇਆ, ਸਾਰਾ ਇੰਤਜ਼ਾਮ ਖੁਦ ਕੀਤਾ, ਜੋ ਕਬੀਰ ਦੀ ਆਰਥਿਕ ਸਮਰੱਥਾ ਤੋਂ ਪਰੇ ਦੀ ਗੱਲ ਸੀ। ਤੇ ਜਦ ਚਾਰੋਂ ਪਾਸੇ ਧਨ ਕਬੀਰ ਦੀ ਗੁੰਜਾਰਾਂ ਉੱਠੀਆਂ ਤਾਂ ਆਪ ਨੇ ਆਖਿਆ, ਨਾ ਹਮ ਕੀਆ ਨਾ ਕरेंगे, ਨਾ ਕਰ ਸਕੇ ਸਰੀਰ, ਕਿਆ ਜਾਨੋ ਕਿਛ ਹਰ ਕੀਆ, ਭਇਓ ਕਬੀਰ ਕਬੀਰ। ਇੱਕ ਦਿਨ ਸਿਕੰਦਰ ਲੋਧੀ ਦੀ ਬੇਗਮ ਗੰਗਾ ਦੇ ਤੱਟ ਤੇ ਹਿੰਦੂ ਯਾਤਰੂਆਂ ਨੂੰ ਵੇਖਣ ਲਈ ਆਈ। ਬਸਤਰ ਬੜੇ ਕੀਮਤੀ ਪਹਿਨੇ ਹੋਏ, ਹੀਰੇ ਮੋਤੀਆਂ ਨਾਲ ਜੜਤ ਉਸਦਾ ਬੁਰਕਾ ਔਰ ਤਰ੍ਹਾਂ ਤਰ੍ਹਾਂ ਦੇ ਜ਼ਰੀ ਦੇ ਨਾਲ ਸਿਲੇ ਹੋਏ ਉਸਦਾ ਪਹਿਰਾਵਾ ਤੇ ਬਸਤਰ। ਕਬੀਰ ਦੇ ਚੇਲੇ, ਕਬੀਰ ਦੇ ਸ਼ਿਸ਼ ਵੇਖ ਕੇ ਦੰਗ ਰਹਿ ਗਏ। ਕਬੀਰ ਜੀ ਦੇ ਡੇਰੇ ਵਿੱਚ ਇੱਕ ਪਨਹਾਰੀ ਸੀ ਜੋ ਸਾਰਾ ਦਿਨ ਆਏ ਗਏ ਯਾਤਰੂਆਂ ਨੂੰ ਜਲ ਪਿਲਾਉਂਦੀ ਸੀ। ਬੜੀ ਸ਼ਰਧਾ ਦੇ ਨਾਲ ਪਾਣੀ ਪਿਲਾਉਂਦਿਆਂ ਪਿਲਾਉਂਦਿਆਂ ਸਤਨਾਮ ਸਤਨਾਮ ਦਾ ਉਹ ਰਟਨ ਕਰਦੀ ਰਹਿੰਦੀ ਸੀ। ਕਬੀਰ ਪੰਥੀਆਂ ਦਾ ਗੁਰਮੰਤਰ ਸਤਨਾਮ ਹੈ। ਪਾਣੀ ਪਿਲਾਉਂਦਿਆਂ ਪਿਲਾਉਂਦਿਆਂ ਲੋਕਾਂ ਦੇ ਕੰਨਾਂ ਵਿੱਚ ਉਹ ਰੱਬ ਦੀ ਬਾਣੀ ਵੀ ਪਾਈ ਜਾਂਦੀ ਸੀ। ਇਹ ਇਸ ਤਰ੍ਹਾਂ ਦੀ ਪਨਹਾਰੀ, ਇਹ ਇਸ ਤਰ੍ਹਾਂ ਦਾ ਪਾਣੀ ਪਿਲਾਉਣ ਵਾਲੀ ਮੂੰਹ ਦੇ ਰਾਹੀਂ ਪਾਣੀ ਪਿਲਾਈ ਜਾਂਦੀ ਸੀ, ਕੰਨਾਂ ਦੇ ਰਾਹੀਂ ਬਾਣੀ ਪਿਲਾਈ ਜਾਂਦੀ ਸੀ। ਲੇਕਿਨ ਉਸਦੇ ਤਨ ਦੇ ਬਸਤਰ ਫਟੇ ਔਰ ਉਹ ਲਾਵਾਰਿਸ ਮੁਫਲਿਸ ਸੀ। ਕਬੀਰ ਦੇ ਚੇਲੇ ਕਬੀਰ ਜੀ ਪਾਸ ਆ ਕੇ ਗਿਲਾ ਕਰਦੇ ਨੇ
ਭਗਤ ਜੀ, ਇਹ ਜੋ ਪਨਹਾਰੀ ਹੈ ਸਾਰਾ ਦਿਨ ਸਤਨਾਮ ਦਾ ਰਟਨ ਕਰਦੀ ਹੈ, ਲੋਕਾਂ ਦੀ ਸਰੀਰਕ ਪਿਆਸ ਬੁਝਾਉਂਦੀ ਹੈ ਤੇ ਲੋਕਾਂ ਨੂੰ ਮਾਨਸਿਕ ਸ਼ਾਂਤੀ ਮਿਲ ਸਕੇ ਸਤਨਾਮ ਦੀ ਧੁਨੀ ਉਹਨਾਂ ਦੇ ਕੰਨਾਂ ਵਿੱਚ ਪਾਉਂਦੀ ਹੈ, ਲੇਕਿਨ ਅਤਿਅੰਤ ਮੁਫਲਿਸ ਹੈ, ਗਰੀਬ ਹੈ, ਤਨ ਦੇ ਬਸਤਰ ਵੀ ਫਟੇ ਹੋਏ ਨੇ। ਲੇਕਿਨ ਸਿਕੰਦਰ ਲੋਧੀ ਦੀ ਬੇਗਮ ਨੂੰ ਅਸੀਂ ਅੱਜ ਦੇਖਿਆ ਗੰਗਾ ਦੇ ਤੱਟ ਤੇ, ਉਹਨੇ ਮਖਮਲੀ ਲਿਬਾਸ ਪਹਿਨਿਆ ਔਰ ਹੀਰੇ ਮੋਤੀ ਪੰਨਿਆਂ ਨਾਲ ਜੜਤ। ਕਿਆ ਇਹ ਰੱਬ ਅਨਿਆਏ ਨਹੀਂ ਕਰਦਾ ਕਿ ਰੱਬ ਦਾ ਚਿੰਤਨ ਕਰਨ ਵਾਲੇ ਦੁਖੀ ਤੇ ਰੱਬ ਤੋਂ ਬੇਮੁਖ ਹੋ ਕੇ ਇਸ ਤਰ੍ਹਾਂ ਦੀ ਐਸ਼ਵਰ ਜ਼ਿੰਦਗੀ ਬਤੀਤ ਕਰਦੇ ਨੇ। ਕਬੀਰ ਨੇ ਉੱਥੇ ਜਿਹੜੇ ਬੋਲ ਆਪਣੇ ਉਚਾਰਨ ਕੀਤੇ ਨੇ, ਜੋ ਬਕਾਇਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਜ ਨੇ। ਕਬੀਰ ਹੈਂਗੇ ਬਾਹਨ ਸਘਨ ਘਨ, ਛਤਰਪਤੀ ਕੀ ਨਾਰ, ਤਾਸੋ ਪਟੰਤਰ ਨਾ ਪੁਜੇ, ਹਰ ਜਨ ਕੀ ਪਨਿਹਾਰ। ਇਹ ਠੀਕ ਹੈ ਕਿ ਸਿਕੰਦਰ ਲੋਧੀ ਦੀ ਬੇਗਮ ਨੇ ਬੜੇ ਕੀਮਤੀ ਬਸਤਰ ਪਹਿਨੇ ਨੇ ਔਰ ਉਹ ਹੀਰੇ ਮੋਤੀਆਂ ਨਾਲ ਜੜਤ ਨੇ, ਲੇਕਿਨ ਉਹ ਬਸਤਰ ਇਸ ਪਨਹਾਰੀ ਦਾ ਮੁਕਾਬਲਾ ਨਹੀਂ ਕਰ ਸਕਦੇ, ਜੋ ਹਰੀ ਦੇ ਜਨਾਂ ਨੂੰ ਪਾਣੀ ਪਿਲਾਉਂਦੀ ਹੈ, ਸਾਰਾ ਦਿਨ ਸੇਵਾ ਕਰਦੀ ਹੈ ਸੰਤ ਜਨਾਂ ਦੀ। ਇਹਦੇ ਕੱਪੜੇ ਮਹਾਨ ਨੇ, ਸਿਕੰਦਰ ਲੋਧੀ ਦੀ ਬੇਗਮ ਦੇ ਕੱਪੜੇ ਤੁੱਛ ਨੇ। ਚੇਲੇ ਕਹਿੰਦੇ ਨੇ ਇਸ ਨੇ ਤੇ ਖੱਦਰ ਦੇ ਕੱਪੜੇ ਪਹਿਨੇ ਨੇ, ਉਹ ਵੀ ਫਟੇ ਹੋਏ, ਤੇ ਉਸ ਬੇਗਮ ਨੇ ਮਖਮਲ ਦਾ ਲਿਬਾਸ ਪਹਿਨਿਆ, ਉਹ ਵੀ ਹੀਰੇ ਮੋਤੀਆਂ ਨਾਲ ਜੜਤ, ਤੇ ਆਪ ਉਸ ਬਸਤਰਾਂ ਨੂੰ ਤੁੱਛ ਕਹਿੰਦੇ ਹੋ, ਇਸ ਨੂੰ ਮਹਾਨ ਕਹਿੰਦੇ ਹੋ। ਤੋ ਕਬੀਰ ਕਹਿੰਦੇ ਨੇ ਮੇਰੇ ਕੋਲ ਕਾਰਨ ਜਾਣੋ, ਮੈਂ ਐਸਾ ਕਿਉਂ ਆਖਿਆ। ਕਬੀਰ ਨਿਰਪਨਾਰੀ ਕਿਉਂ ਨਿੰਦੀਏ, ਕਿਉਂ ਹਰ ਚੇਰੀ ਕੋ ਮਾਂਗ, ਉਹ ਮਾਂਗ ਸਵਾਰੇ ਵਿਖੇ ਕੋ, ਇਹ ਸਿਮਰੇ ਹਰੀ ਨਾਮ। ਇਸ ਦੇ ਫਟੇ ਪੁਰਾਣੇ ਕੱਪੜੇ ਪ੍ਰਭੂ ਦੇ ਚਿੰਤਨ ਵਿੱਚ ਇਸ ਨੂੰ ਲੀਨ ਰੱਖਦੇ ਨੇ, ਨਿਰੰਕਾਰ ਦੇ ਵਿੱਚ ਇਸ ਨੂੰ ਲੀਨ ਰੱਖਦੇ ਨੇ, ਜਦ ਕਿ ਉਸ ਦਾ ਮਖਮਲੀ ਲਿਬਾਸ ਉਹਨੂੰ ਸੰਸਾਰ ਵਿੱਚ ਲੀਨ ਰੱਖਦਾ। ਤੋ ਮੈਂ ਤੇ ਉਸ ਵੇਸ਼ ਭੂਸ਼ਾ ਦੀ ਹੀ ਉਪਮਾ ਕਰਾਂਗਾ ਜਿਹੜੀ ਵੇਸ਼ ਭੂਸ਼ਾ ਮਨੁੱਖ ਨੂੰ ਨਿਰੰਕਾਰ ਵਿੱਚ ਲੀਨ ਕਰੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵੀ ਐਸਾ ਕਹਿਣਾ ਹੈ, ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈ ਦੇ ਤਨ ਪੀੜੀਏ, ਮਨ ਮੇ ਚਲੇ ਵਿਕਾਰ। ਉਹ ਪਹਿਨਣਾ ਜਿਹਦੇ 'ਚ ਬੰਦਾ ਸੰਸਾਰ ਵਿੱਚ ਹੀ ਗਰਕ ਹੋ ਜਾਏ ਤੇ ਸੰਸਾਰ ਦੀਆਂ ਨਜ਼ਰਾਂ ਦਾ ਹੀ ਇੱਕ ਪਾਤਰ ਬਣ ਕੇ ਰਹਿ ਜਾਏ। ਸਾਹਿਬ ਕਹਿੰਦੇ ਨੇ ਐਸਾ ਤੇ ਮਨ ਵਿੱਚ ਖੁਆਰੀ ਨੂੰ ਜਨਮ ਦਿੰਦਾ ਹੈ, ਤਨ ਵਿੱਚ ਰੋਗਾਂ ਨੂੰ ਜਨਮ ਦਿੰਦਾ ਹੈ। ਅੱਜ ਤੱਕ ਤੇ ਵੈਦ ਔਰ ਹਿਕਮਤ ਇਹ ਕਹਿੰਦੀ ਆਈ ਹੈ ਕਿ ਆਹਾਰਕ ਰੋਗ ਹੁੰਦੇ ਨੇ, ਵਿਵਹਾਰਿਕ ਰੋਗ ਹੁੰਦੇ ਨੇ, ਕਰਮ ਰੋਗ ਹੁੰਦੇ ਨੇ। ਪ੍ਰਥਮ ਰੋਗ ਉਹ ਜੋ ਖਾਣ ਪੀਣ ਦੀ ਬਦਪਰਹੇਜ਼ੀ ਨਾਲ ਪੈਦਾ ਹੁੰਦੇ ਨੇ, ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਹਿਣਾ ਹੈ ਬਦਪਰਹੇਜ਼ੀ ਸਿਰਫ ਖਾਣ ਪੀਣ ਦੀ ਨਹੀਂ ਆਉਂਦੀ, ਬਦਪਰਹੇਜ਼ੀ ਪਹਿਨਣ ਦੀ ਵੀ ਹੁੰਦੀ ਹੈ। ਇਸ ਦਾ ਵੀ ਮਨ ਦੇ ਉੱਤੇ ਆਪਣਾ ਪ੍ਰਭਾਵ ਹੈ ਔਰ ਮਨ ਦੀ ਚੰਚਲਤਾ ਜਿਨ੍ਹਾਂ ਪਹਿਰਾਵਿਆਂ ਨਾਲ ਵਧੇ, ਮਨ ਦੀ ਚੰਚਲਤਾ ਸਰੀਰ ਦੇ ਤਲ ਤੇ ਰੋਗਾਂ ਨੂੰ ਜਨਮ ਦੇਵੇਗੀ, ਬਿਮਾਰੀਆਂ ਨੂੰ ਜਨਮ ਦੇਵੇਗੀ। ਇਸ ਵਾਸਤੇ ਆਪ ਨੇ ਬੁਲੰਦ ਬਾਂਗ ਆਖਿਆ ਹੈ, ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈ ਦੇ ਤਨ ਪੀੜੀਏ, ਮਨ ਮੇ ਚਲੇ ਵਿਕਾਰ। ਕਬੀਰ ਨਿਰਪਨਾਰੀ ਕਿਉਂ ਨਿੰਦੀਏ, ਕਿਉਂ ਹਰ ਚੇਰੀ ਕੋ ਮਾਨ, ਉਹ ਮਾਂਗ ਸਵਾਰੇ ਵਿਖੇ ਕੋ, ਉਹ ਸਿਮਰੇ ਹਰੀ ਨਾਮ। ਕਬੀਰ ਦੀ ਬਾਣੀ ਵਿੱਚ ਧਾਰਮਿਕ ਉਪਦੇਸ਼ ਬੜੇ ਫਿਲਸਫਾਨਾ ਢੰਗ ਦੇ ਨਾਲ ਦਰਜ ਹੈ। ਆਪ ਦੇ ਸ਼ਲੋਕ ਨੇ, ਛੰਦ ਨੇ, ਸ਼ਬਦ ਨੇ, ਹਰ ਰਾਗ ਦੇ 'ਚ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 'ਚ ਭਗਤ ਬਾਣੀ ਵਿੱਚ ਸਭ ਤੋਂ ਜ਼ਿਆਦਾ ਬਾਣੀ ਭਗਤ ਕਬੀਰ ਦੀ ਹੈ ਔਰ ਜਿੱਥੇ ਜਿੱਥੇ ਵੀ ਭਗਤ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 'ਚ ਆਰੰਭ ਹੁੰਦੀ ਹੈ, ਕਰੀਬਨ ਸਭ ਤੋਂ ਪ੍ਰਥਮ ਸ਼੍ਰੀ ਕਬੀਰ ਜੀ ਮਹਾਰਾਜ ਦੇ ਹੀ ਸ਼ਬਦ ਆਉਂਦੇ ਨੇ ਔਰ ਆਪ ਦੇ ਸ਼ਬਦਾਂ ਨੇ ਜ਼ਿੰਦਗੀ ਦੇ ਹਰ ਪਹਿਲੂ ਦੇ ਉੱਤੇ ਬੜੇ ਸੋਹਣੇ ਢੰਗ ਨਾਲ ਰੋਸ਼ਨੀ ਪਾਈ ਹੈ। ਅਧਿਆਤਮਿਕ ਚਿੰਤਨ ਤੇ ਧਾਰਮਿਕ ਮੂਲ ਗਿਆਨ ਆਪ ਇੱਕ ਸ਼ਲੋਕ ਦੇ ਵਿੱਚ ਬੜੇ ਸੋਹਣੇ ਢੰਗ ਨਾਲ ਦਿੰਦੇ ਨੇ। ਕਬੀਰ ਐਸਾ ਕੋਈ ਨ ਜਨਮਿਓ, ਆਪਣੇ ਘਰ ਲਾਵੇ ਆਗ, ਪਾਂਚੋਂ ਲੜਕਾ ਜਾਰ ਕੇ, ਰਹੇ RAM ਲਿਵ ਲਾਗ। ਕਬੀਰ ਜੀ ਦਾ ਐਸਾ ਕਹਿਣਾ ਕਿ ਚੂੰਕਿ ਅਸੀਂ ਦੋ ਸਰੀਰ ਰੱਖਦੇ ਹਾਂ, ਇੱਕ ਅਸਥੂਲ ਇੱਕ ਸੂਖਸ਼ਮ, ਇੱਕ ਜੋ ਦਿਖਾਈ ਦਿੰਦਾ ਹੈ, ਇੱਕ ਅਦ੍ਰਿਸ਼। ਇਹ ਜਿਹੜਾ ਸਰੀਰ ਦਿਖਾਈ ਦਿੰਦਾ ਹੈ ਇਸ ਨੂੰ ਆਖਿਆ ਜਾਂਦਾ ਹੈ ਪ੍ਰਗਟ ਚਿੱਤਰ, ਤੇ ਜਿਹੜਾ ਸਰੀਰ ਨਹੀਂ ਦਿਖਾਈ ਦਿੰਦਾ
ਉਸ ਨੂੰ ਆਖਿਆ ਜਾਂਦਾ ਚਿੱਤਰ ਗੁਪਤ। ਗੁਪਤ ਚਿੱਤਰ ਉਹ ਚਿੱਤਰ ਜੋ ਨਹੀਂ ਦਿਖਾਈ ਦਿੰਦਾ। ਬੰਦਾ ਦੂਸਰੇ ਦਾ ਤਨ ਵੇਖ ਸਕਦਾ ਹੈ, ਬੰਦਾ ਦੂਸਰੇ ਦਾ ਮਨ ਨਹੀਂ ਵੇਖ ਸਕਦਾ। ਲੇਕਿਨ ਮਨ ਦੀ ਆਪਣੀ ਹੋਂਦ ਹੈ, ਔਰ ਕਿਸੇ ਹੱਦ ਤੱਕ ਦੇਖਿਆ ਜਾਏ ਤੇ ਤਨ ਦੀ ਬੁਨਿਆਦ ਹੈ। ਤੇ ਮਨੁੱਖ ਦਾ ਅਸਲੀ ਸਰੂਪ ਜੋ ਹੈ ਉਸ ਦੇ ਵਿਚਾਰ ਨੇ, ਉਸ ਦਾ ਮਨ ਹੈ। ਪਰ ਇਹ ਇਹਨਾਂ ਅੱਖਾਂ ਨਾਲ ਨਹੀਂ ਦਿਖਾਈ ਦਿੰਦਾ। ਤੇ ਹਰ ਵਕਤ ਇਸ ਤਰ੍ਹਾਂ ਦੇ ਦੋ ਰੂਪ ਮਨੁੱਖ ਦੇ ਅਕਸਰ ਬਣੇ ਰਹਿੰਦੇ ਨੇ। ਕਈ ਦਫਾ ਤਨ ਦੇ ਤਲ ਦੇ ਉੱਤੇ ਮਨੁੱਖ ਸ਼ਰੀਫ ਪ੍ਰਗਟ ਹੁੰਦਾ ਹੈ, ਲੇਕਿਨ ਮਨ ਦੇ ਤਲ ਤੇ ਉਹ ਸ਼ਰੀਫ ਨਹੀਂ ਹੁੰਦਾ। ਕਈ ਦਫਾ ਤਨ ਦੇ ਤਲ ਦੇ ਉੱਤੇ ਉਹ ਬਹੁਤ ਭੋਲਾ ਦਿਖਾਈ ਦਿੰਦਾ ਹੈ, ਲੇਕਿਨ ਮਨ ਦੇ ਤਲ ਦੇ ਉੱਤੇ ਉਹ ਬਹੁਤ ਚਲਾਕ ਹੁੰਦਾ ਹੈ ਤੇ ਚਲਾਕੀਆਂ ਨਹੀਂ ਦਿਖਾਈ ਦਿੰਦੀਆਂ। ਕਈ ਦਫਾ ਤਨ ਦੇ ਤਲ ਦੇ ਉੱਤੇ ਬਹੁਤ ਵੱਡਾ ਦਾਨੀ ਦਿਖਾਈ ਦਿੰਦਾ ਹੈ, ਪਰ ਮਨ ਦੇ ਤਲ ਦੇ ਉੱਤੇ ਬਹੁਤ ਬੇਈਮਾਨ ਹੁੰਦਾ ਹੈ। ਕਈ ਦਫਾ ਤਨ ਦੇ ਤਲ ਦੇ ਉੱਤੇ ਬਹੁਤ ਸਿਆਣਾ ਦਿਖਾਈ ਦਿੰਦਾ ਹੈ, ਪਰ ਮਨ ਦੇ ਤਲ ਦੇ ਉੱਤੇ ਅਕਸਰ ਦੇਖਿਆ ਜਾਂਦਾ ਹੈ ਉਹ ਮੂਰਖ ਹੁੰਦਾ ਹੈ, ਕੁਬੱਡ ਹੁੰਦਾ ਹੈ। ਔਰ ਐਸਾ ਦੇਖਿਆ ਗਿਆ ਪ੍ਰਗਟ ਚਿੱਤਰ ਤੇ ਚਿੱਤਰ ਗੁਪਤ ਦਾ ਆਪਸ ਦੇ ਤਾਲਮੇਲ ਨਹੀਂ ਬੈਠਦਾ। ਪ੍ਰਗਟ ਚਿੱਤਰ ਕੁਝ ਹੋਰ ਦਿਸ਼ਾ ਦੀ ਤਰਫ ਗਮਨ ਕਰਦਾ ਹੈ ਤੇ ਚਿੱਤਰ ਗੁਪਤ ਕਿਸੇ ਹੋਰ ਦਿਸ਼ਾ ਦੀ ਤਰਫ। ਧਰਮ ਦੀ ਸਾਧਨਾ ਦਰਅਸਲ ਚਿੱਤਰ ਗੁਪਤ ਨੂੰ ਸੁੰਦਰ ਬਣਾਉਣ ਲਈ ਹੈ, ਲੇਕਿਨ ਮਨੁੱਖ ਦੀ ਸਾਰੀ ਸਾਧਨਾ ਪ੍ਰਗਟ ਚਿੱਤਰ ਨੂੰ ਸੁੰਦਰ ਬਣਾਉਣ ਲਈ ਹੈ। ਸ਼ੀਸ਼ੇ ਦੇ ਅੱਗੋਂ ਘੰਟਾ ਘੰਟਾ ਖੜਿਆ, ਆਪਣਾ ਰੰਗ ਰੂਪ ਸਵਾਰ ਰਿਹਾ। ਔਰ ਅੱਜ ਦੇ ਸਮੇਂ 'ਚ ਜਿਤਨੇ ਸੌਂਦਰਯ ਪ੍ਰਸਾਧਨ ਬਾਜ਼ਾਰ ਵਿੱਚ ਆਏ ਨੇ ਔਰ ਚਾਰੋਂ ਪਾਸੇ ਫੈਕਟਰੀਆਂ ਬਣਾ ਰਹੀਆਂ ਨੇ, ਇਸ ਤਰ੍ਹਾਂ ਦਾ ਕੋਈ ਸਾਧਨ, ਇਸ ਤਰ੍ਹਾਂ ਦੇ ਕੋਈ ਉਪਰਾਲੇ ਨਹੀਂ ਕੀਤੇ ਜਾ ਰਹੇ ਕਿ ਕਿਸੇ ਤਰੀਕੇ ਨਾਲ ਮਨੁੱਖ ਦਾ ਮਨ ਸੁੰਦਰ ਦਿਖਾਈ ਦੇਵੇ, ਮਨੁੱਖ ਦਾ ਚਿੱਤਰ ਗੁਪਤ ਸੁੰਦਰ ਹੋਵੇ, ਖੂਬਸੂਰਤ ਹੋਵੇ। ਤਨ ਦੀ ਖੂਬਸੂਰਤੀ ਤੇ ਸਾਰਾ ਜ਼ੋਰ ਹੈ, ਮਨ ਦੀ ਖੂਬਸੂਰਤੀ ਦੇ ਉੱਤੇ ਬਿਲਕੁਲ ਜ਼ੋਰ ਨਹੀਂ। ਇਸ ਵਾਸਤੇ ਸੰਸਾਰ ਵਿੱਚ ਦੇਖਣ ਵਿੱਚ ਆ ਰਿਹਾ ਹੈ ਤਨ ਸੁੰਦਰ ਹੁੰਦੇ ਜਾ ਰਹੇ ਨੇ, ਮਨ ਕਰੂਪ ਹੁੰਦੇ ਜਾ। ਤਨ ਦੀ ਸ਼ੋਭਾ ਵੱਧਦੀ ਜਾ ਰਹੀ ਹੈ, ਮਨ ਦੀ ਸ਼ੋਭਾ ਘਟਦੀ ਜਾ ਰਹੀ ਹੈ। ਤਨ ਪ੍ਰਭਾਵਿਤ ਕਰਨ ਲੱਗ ਪਏ ਨੇ, ਮਨ ਦਾ ਕੁਝ ਵੀ ਪ੍ਰਭਾਵ ਨਹੀਂ ਰਹਿ ਗਿਆ। ਜਦ ਕਿ ਮਨ ਵਾਸਤਵਿਕ ਹਕੀਕੀ ਮੂਲ ਸਰੀਰ ਹੈ, ਇਹ ਚਿੱਤਰ ਗੁਪਤ ਹੈ। ਜਦ ਅੰਤਮ ਸਮੇਂ ਇਸ ਪ੍ਰਗਟ ਚਿੱਤਰ ਨੂੰ ਜਲਾ ਦਿੱਤਾ ਜਾਂਦਾ ਹੈ ਜਾਂ ਦਫਨ ਕਰ ਦਿੱਤਾ ਜਾਂਦਾ ਹੈ, ਤਾਂ ਫਿਰ ਰਹਿ ਜਾਂਦਾ ਹੈ ਚਿੱਤਰ ਗੁਪਤ ਮਨ, ਸੰਸਕਾਰਾਂ ਦਾ ਮੁਜੱਸਮਾ। ਇਹ ਫਿਰ ਅੱਗੇ ਜਾਂਦਾ ਹੈ ਔਰ ਇਹ ਜਿਸ ਤਰ੍ਹਾਂ ਦਾ ਹੁੰਦਾ ਹੈ ਉਸ ਤਰ੍ਹਾਂ ਦਾ ਅੱਗੇ ਇਸ ਨੂੰ ਸਰੀਰ ਮਿਲ ਜਾਂਦਾ ਹੈ। ਸੰਸਾਰ ਤਨ ਦੀ ਸੁੰਦਰਤਾ ਦੇ ਵਿੱਚ ਤੇ ਤਨ ਨੂੰ ਸਵਾਰਨ ਦੇ ਵਿੱਚ ਆਪਣਾ ਸਮਾਂ ਖਰਚ ਕਰਦਾ ਹੈ। ਭਗਤ ਮਨ ਨੂੰ ਸਵਾਰਨ ਦੇ ਵਿੱਚ ਸਮਾਂ ਤੇ ਮਿਹਨਤ ਜੁਟਾਉਂਦੇ ਨੇ। ਬਾਬਾ ਫਰੀਦ ਦਾ ਕਹਿਣਾ ਹੈ, ਆਪ ਸਵਾਰੇ ਮੈਂ ਮਿਲਿਆ ਸੁਖ ਹੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਜੇ ਤੂੰ ਤਨ ਸਵਾਰੇ ਤੇ ਸੰਸਾਰ ਨੂੰ ਚੰਗਾ ਲੱਗਦਾ ਹੈ, ਪਰ ਜੇ ਤੂੰ ਆਪਣਾ ਮਨ ਸਵਾਰੇ ਤਾਂ ਨਿਰੰਕਾਰ ਨੂੰ ਚੰਗਾ ਲੱਗੇਗਾ, ਨਿਰੰਕਾਰ ਤੇਰੇ ਨਾਲ ਪਿਆਰ ਪਾਵੇਗਾ। ਤਨ ਦੇ ਖੂਬਸੂਰਤ ਲੋਕ ਬਾਹਰ ਮਹਿਫਲਾਂ ਦੇ ਸਨਮਾਨ ਪਾਉਂਦੇ ਨੇ, ਪਰ ਮਨ ਦਾ ਖੂਬਸੂਰਤ ਮਨੁੱਖ ਪ੍ਰਭੂ ਦੀ ਦਰਗਾਹ ਵਿੱਚ ਮਾਣ ਮਰਿਆਦਾ ਪਾਉਂਦਾ ਹੈ, ਸਨਮਾਨ ਪਾਉਂਦਾ ਹੈ। ਇਸ ਵਾਸਤੇ ਸਾਹਿਬ ਵੀ ਕਹਿੰਦੇ ਨੇ, ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠੇ ਰੰਗਰੀ। ਦਰਅਸਲ ਮੂਲ ਮਨ ਹੈ, ਇਹ ਚਿੱਤਰਗੁਪਤ ਹੈ। ਤਨ ਦੀ ਆਪਣੀ ਔਲਾਦ ਹੈ, ਮਨ ਦੀ ਆਪਣੀ ਔਲਾਦ ਹੈ। ਤਨ ਦੀ ਔਲਾਦ ਇਹਦੀ ਕੋਈ ਪੂਰਨ ਤੌਰ ਤੇ ਗਿਣਤੀ ਨਹੀਂ ਹੈ। ਕਿਸੇ ਦਾ ਇੱਕ ਬੱਚਾ ਹੋ ਸਕਦਾ ਹੈ, ਕਿਸੇ ਦੇ 2 ਹੋ ਸਕਦੇ ਨੇ, ਕਿਸੇ ਦੇ 5 ਹੋ ਸਕਦੇ ਨੇ, ਕਿਸੇ ਦੇ 10-12 ਵੀ ਹੋ ਸਕਦੇ ਨੇ। ਲੇਕਿਨ ਮਨ ਦੀ ਔਲਾਦ ਗਿਣੀ ਮਿੱਥੀ ਹੈ। ਮਨ ਦੀ ਔਲਾਦ ਤੇ 5 ਪੁੱਤਰ ਹੀ ਨੇ, ਔਰ ਇਹ ਪੰਜੇ ਦੇ ਪੰਜੇ ਭੈੜੇ। ਸਰੀਰਕ ਔਲਾਦ ਉਹਦੇ 'ਚ ਕੋਈ ਇੱਕ ਵੀ ਸੰਤਾਨ ਭੈੜੀ ਨਿਕਲਾ ਹੈ, ਚਾਹੇ ਲੜਕਾ ਚਾਹੇ ਲੜਕੀ, ਤਾਂ ਉਹ ਕੁੱਲ ਨੂੰ ਕਲੰਕਿਤ ਕਰ ਦਿੰਦੀ ਹੈ, ਘਰ ਨੂੰ ਨਰਕ ਬਣਾ ਦਿੰਦੀ ਹੈ। ਤੇ ਮਨ ਦੀ ਇਹ ਜਿਹੜੀ 5 ਔਲਾਦ ਨੇ, 5 ਸੰਤਾਨਾਂ ਨੇ, ਇਹ ਤੇ ਪੰਜੇ ਹੀ ਭੈੜੀਆਂ ਨੇ। ਇਸ ਵਾਸਤੇ ਮਨ ਕਲੰਕਿਤ ਹੈ, ਮਨ ਦੁਖੀ ਹੈ, ਮਨ ਬੇਜ਼ਾਰ ਹੈ। ਅਕਸਰ ਭੈੜੀ ਔਲਾਦ ਦਾ ਰੋਣਾ ਰੋਂਦੇ ਹੋਏ ਲੋਕ ਮਿਲਣਗੇ, ਕਹਿ ਦਿੰਦੇ ਨੇ ਪੁੱਤਰ ਨਾ ਹੀ ਜੰਮਦਾ ਤੇ ਠੀਕ ਸੀ, ਇਹ ਧੀ ਨਾ ਹੀ ਪੈਦਾ ਹੁੰਦੀ ਤੇ ਠੀਕ ਸੀ। ਇਹਨੇ ਤੇ ਕਲੰਕ ਲਾ ਦਿੱਤਾ ਹੈ, ਇਹਨੇ ਤੇ ਚਾਰੋਂ ਪਾਸੇ ਸਾਡਾ ਅਪਜਸ ਵਧਾ ਦਿੱਤਾ ਹੈ। ਪਰ ਨੇਕ ਪੁੱਤਰ ਕੁਲ ਦਾ ਕਲੰਕ ਧੋ ਦੇਣਾ ਹੁੰਦਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਐਸਾ ਫਰਮਾਨ, ਅਪਜਸੰ ਮਿਟੰਤ ਸਤ ਪੁੱਤਰੇ
ਸਿਮਰ ਤਬ ਹਿਰਦੈ ਗੁਰ ਮੰਤਰਣੇ, ਗਾਥਾ ਮੱਲਾ ਪੰਜਵਾਂ। ਸਾਹਿਬ ਕਹਿੰਦੇ ਨੇ ਅਪਜਸ ਮਿਟ ਜਾਂਦਾ ਹੈ ਅਗਰ ਘਰ ਦੇ ਵਿੱਚ ਕੋਈ ਸਤਵਾਦੀ ਪੁੱਤਰ ਪੈਦਾ ਹੋ ਜਾਏ, ਘਰ ਦੇ ਵਿੱਚ ਕੋਈ ਸ਼ਰਾਫਤ ਦਾ ਮੁਜਸਮਾ ਪੈਦਾ ਹੋ ਜਾਏ। ਹਸਮੁਖ, ਖੁਸ਼ਪੋਸ਼, ਖੁਸ਼ ਮਿਜ਼ਾਜ, ਖੁਸ਼ ਇਖਲਾਕ ਬੱਚਾ ਘਰ ਦੀ ਰੌਣਕ ਹੁੰਦਾ ਹੈ, ਘਰ ਦਾ ਅਪਜਸ ਮਿਟਾ ਦਿੰਦਾ ਹੈ, ਘਰ ਦੇ ਕਲੰਕ ਨੂੰ ਧੋ ਦਿੰਦਾ ਹੈ। ਲੇਕਿਨ ਐਸੀ ਇੱਕ ਸੰਤਾਨ ਵੀ ਭੈੜੀ ਹੋਵੇ ਤਾਂ ਘਰ ਨੂੰ, ਸਾਰੇ ਪਰਿਵਾਰ ਨੂੰ ਕਲੰਕਿਤ ਕਰਕੇ ਰੱਖ ਦਿੰਦੀ ਹੈ। ਮਨ ਦੀ ਇਹ ਜਿਹੜੀ ਔਲਾਦ ਹੈ ਇਹ ਪੰਜ ਨੇ, ਤੇ ਪੰਜਾਂ ਦੇ ਬਕਾਇਦਾ ਨਾਮ ਨੇ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਇਹ ਮਨ ਚੋਂ ਪੈਦਾ ਹੁੰਦੇ ਨੇ, ਤਨ ਦੇ ਤਲ ਤੇ ਪ੍ਰਗਟ ਹੁੰਦੇ ਨੇ। ਇਹਨਾਂ ਦੀ ਉਤਪਤੀ ਮਨ ਤੋਂ ਹੈ। ਮਨ ਤੋਂ ਹੀ ਲੋਭ ਪੈਦਾ ਹੁੰਦਾ ਹੈ, ਮਨ ਤੋਂ ਹੀ ਹੰਕਾਰ ਪੈਦਾ ਹੁੰਦਾ ਹੈ, ਮਨ ਤੋਂ ਹੀ ਮੋਹ ਪੈਦਾ ਹੁੰਦਾ ਹੈ, ਮਨ ਤੋਂ ਹੀ ਕਾਮ ਪੈਦਾ ਹੁੰਦਾ ਹੈ। ਦਰਅਸਲ ਕਾਮ ਇੱਕ ਵਿਚਾਰ ਹੈ, ਹੰਕਾਰ ਇੱਕ ਫੁਰਨਾ ਹੈ, ਲੋਭ ਇੱਕ ਵਿਚਾਰ ਹੈ। ਤੇ ਮਨ ਵਿਚਾਰਾਂ ਨੂੰ ਜਨਮ ਦਿੰਦਾ ਹੈ, ਮਨ ਫੁਰਨਿਆਂ ਨੂੰ ਜਨਮ ਦਿੰਦਾ ਹੈ। ਤੇ ਮਨ ਦੇ ਫੁਰਨਿਆਂ ਦੇ ਵਿੱਚ ਹੈ ਕਿ ਸਾਰਾ ਦਿਨ ਇਹ ਜਿਹੜੇ ਫੁਰਨੇ ਚੱਲਦੇ ਨੇ ਮਨੁੱਖ ਦੇ ਮਨ ਦੇ ਵਿੱਚ, ਮਨ ਦੇ ਫੁਰਨਿਆਂ ਦੇ ਵਿੱਚ ਹੈ ਕਿ ਕਾਮ ਜਾਂ ਕ੍ਰੋਧ ਹੋਵੇਗਾ, ਜਾਂ ਲੋਭ ਹੋਵੇਗਾ, ਜਾਂ ਮੋਹ ਹੋਵੇਗਾ, ਜਾਂ ਅਹੰਕਾਰ ਹੋਵੇਗਾ। ਇਸ ਤੋਂ ਇਲਾਵਾ ਹੋਰ ਕੁਛ ਨਹੀਂ ਹੈ। ਦਿਨ ਭਰ ਮਨੁੱਖ ਦੀ ਮਾਨਸਿਕ ਚਿਤਵਨੀ ਜਿਹੜੀ ਹੈ, ਮਾਨਸਿਕ ਚਿੰਤਨ ਜਿਹੜਾ ਹੈ, ਉਹਦੇ 'ਚ ਇਹ ਪੰਜ ਪੁੱਤਰ ਨੇ। ਜੈਸੇ ਆਮ ਹੈ ਬੰਦਾ ਬਾਰ-ਬਾਰ ਦੂਰ ਜਾ ਕੇ, ਪ੍ਰਦੇਸ਼ ਜਾ ਕੇ ਆਪਣੇ ਬੱਚਿਆਂ ਨੂੰ ਯਾਦ ਕਰਦਾ ਰਹਿੰਦਾ ਹੈ, ਆਪਣੀ ਔਲਾਦ ਨੂੰ ਯਾਦ ਕਰਦਾ ਰਹਿੰਦਾ ਹੈ, ਬਸ ਮਨ ਵੀ ਆਪਣੇ ਇਹਨਾਂ ਪੰਜਾਂ ਜਣੇ ਹੋਇਆਂ ਪੁੱਤਰਿਆਂ ਨੂੰ ਹੀ ਯਾਦ ਕਰਦਾ ਰਹਿੰਦਾ ਹੈ ਔਰ ਉਸ ਦੀ ਚਿਤਵਨੀ ਦੇ 'ਚ ਰਹਿੰਦਾ ਹੈ। ਧਾਰਮਿਕ ਸਾਧਨਾ ਜਿਹੜੀ ਹੈ ਉਹ ਇਸ ਤੇ ਖੜੀ ਹੈ। ਭਗਤ ਕਬੀਰ ਜੀ ਮਹਾਰਾਜ ਦੇ ਕਥਨ ਅਨੁਸਾਰ, ਕਬੀਰ ਐਸਾ ਕੋਈ ਨਾ ਜਨਮਿਓ ਆਪਣੇ ਘਰ ਲਾਵੇ ਆਗ। ਹੁਣ ਐਸਾ ਕਿਹੜਾ ਮਾਈ ਕਾ ਲਾਲ ਜਮਿਆ ਹੈ ਜੋ ਆਪਣੇ ਘਰ ਨੂੰ ਆਪ ਅੱਗ ਲਾਵੇ। ਅੱਜ ਤੱਕ ਐਸਾ ਹੋਇਆ ਹੈ ਕਿ ਮਨੁੱਖ ਦੂਜਿਆਂ ਦੇ ਘਰ ਨੂੰ ਅੱਗ ਲਾ ਕੇ ਖੁਸ਼ ਹੁੰਦਾ ਰਿਹਾ ਹੈ। ਪਰ ਕਬੀਰ ਕਹਿੰਦੇ ਨੇ ਭਗਤ ਦੀ ਸੋਚਣੀ ਤੇ ਦ੍ਰਿਸ਼ਟੀ ਕੁਝ ਹੋਰ ਹੈ। ਇਹ ਤੇ ਆਪਣੇ ਘਰ ਨੂੰ ਹੀ ਅੱਗ ਲਾ ਕੇ ਖੁਸ਼ ਹੁੰਦਾ ਹੈ। ਤੇ ਆਪਣਾ ਘਰ ਕਿਹੜਾ ਹੈ? ਤ੍ਰਿਸ਼ਨਾ ਛਾਨ ਭਰੀ ਧਰ ਉਪਰ, ਦੁਰਮਤ ਭਾਂਡਾ ਫੂਟਾ। ਮਨ ਜਿਸ ਝੁੱਗੀ ਦੇ ਚ ਰਹਿੰਦਾ ਹੈ ਉਹ ਤ੍ਰਿਸ਼ਨਾ ਦੀ ਝੁੱਗੀ ਹੈ, ਤੇ ਉਹਦੇ ਚ ਦੁਰਮਤ ਭੈੜੀ ਮਤ ਦਾ ਇੱਕ ਘੜਾ ਪਿਆ, ਭਾਂਡਾ ਪਿਆ, ਤੇ ਜਿਹਦੇ ਚ ਗੰਦਾ ਪਾਣੀ ਮਨ ਪੀਂਦਾ ਰਹਿੰਦਾ ਹੈ। ਕਬੀਰ ਕਹਿੰਦੇ ਨੇ ਐਸਾ ਹੁਣ ਕਿਹੜਾ ਮਾਈ ਕਾ ਲਾਲ ਹੈ ਜਿਹੜਾ ਇਸ ਤ੍ਰਿਸ਼ਨਾ ਦੀ ਝੁੱਗੀ ਨੂੰ ਅੱਗ ਲਾਵੇ, ਝੌਂਪੜੀ ਨੂੰ ਅੱਗ ਲਾਵੇ। ਜਿਸ ਘਰ ਦੇ 'ਚ ਮਨ ਰਹਿੰਦਾ ਹੈ ਇਹਨੂੰ ਅੱਗ ਲਾਵੇ। ਤੇ ਮਨ ਸੂਖਸ਼ਮ ਹੈ, ਮਨ ਅਦ੍ਰਿਸ਼ ਹੈ, ਤਾਂ ਇਹ ਅਗਨੀ ਵੀ ਅਦ੍ਰਿਸ਼ ਹੈ ਜਿਹਦੇ ਨਾਲ ਮਨ ਦੇ ਘਰ ਨੂੰ ਸਾੜਨਾ ਹੈ ਤੇ ਮਨ ਦੇ ਪੁੱਤਰਾਂ ਨੂੰ ਸਾੜਨਾ ਹੈ। ਸਿਰਫ ਘਰ ਨੂੰ ਹੀ ਨਹੀਂ ਸਾੜਨਾ, ਔਲਾਦ ਨੂੰ ਵੀ ਸਾੜਨਾ ਹੈ। ਕਬੀਰ ਐਸਾ ਕੋਈ ਨਾ ਜਨਮਿਓ ਆਪਣੇ ਘਰ ਲਾਵੇ ਆਗ, ਪਾਂਚੋਂ ਲੜਕਾ ਜਾਰ ਕੇ ਰਹੇ ਰਾਮ ਲੇਵਲਾ। ਪੰਜਾਂ ਹੀ ਪੁੱਤਰਾਂ ਨੂੰ ਸਾੜ ਕੇ ਰਾਮ ਦੀ ਧੁਨੀ ਦੇ ਚ ਲੀਨ ਰਵੇ। ਐਸਾ ਕਿਹੜਾ ਮਾਈ ਕਾ ਲਾਲ। ਤੋ ਇੱਕ ਤੇ ਪ੍ਰਗਟ ਅਗਨੀ ਹੈ ਜਿਹੜੀ ਬਾਹਰ ਸਾੜਦੀ ਹੈ, ਬਾਹਰ ਜਲਾਉਣ ਦੇ ਕੰਮ ਆਉਂਦੀ ਹੈ। ਮਨੁੱਖ ਜਦ ਈਰਸ਼ਾ ਨਾਲ ਭਰਦਾ ਹੈ, ਮਨੁੱਖ ਜਦ ਦੁਸ਼ਮਣੀ ਦੇ ਨਾਲ ਭਰਦਾ ਹੈ, ਮਨੁੱਖ ਜਦ ਬਦਲੇ ਦੀ ਭਾਵਨਾ ਨਾਲ ਭਰਦਾ ਹੈ ਤੇ ਦੂਜੇ ਨੂੰ ਸਾੜਨ ਦਾ ਚਿੱਤ ਕਰਦਾ ਹੈ। ਪਰ ਜਦ ਮਨੁੱਖ ਦਇਆ ਨਾਲ ਭਰਦਾ ਹੈ, ਜਦ ਮਨੁੱਖ ਸੰਤੋਖ ਨਾਲ ਭਰਦਾ ਹੈ, ਜਦ ਮਨੁੱਖ ਗਿਆਨ ਨਾਲ ਭਰਦਾ ਹੈ, ਜਦ ਮਨੁੱਖ ਵਿਚਾਰ ਨਾਲ ਭਰਦਾ ਹੈ, ਤੇ ਉਹਦਾ ਚਿੱਤ ਕਰਦਾ ਹੈ ਹੁਣ ਆਪਣੇ ਉਸ ਘਰ ਨੂੰ ਸਾੜਾਂ ਜਿਹਦੇ 'ਚ ਮਨ ਰਹਿੰਦਾ ਹੈ, ਉਸ ਔਲਾਦ ਨੂੰ ਸਾੜਾਂ ਜਿਸ ਨੇ ਬੇਚੈਨ ਕਰ ਰੱਖਿਆ ਹੈ, ਪਰੇਸ਼ਾਨ ਕਰ ਰੱਖਿਆ ਹੈ। ਇੱਕ ਅੱਗ ਲੱਗੇਗੀ ਬਾਹਰ, ਉਹ ਬਦਲੇ ਦੀ ਭਾਵਨਾ ਵਸ ਹੋ ਕੇ, ਅਹੰਕਾਰ ਵਸ ਹੋ ਕੇ, ਪਰ ਇੱਕ ਅੱਗ ਪੈਦਾ ਹੋਵੇਗੀ ਦਇਆ ਵਸ ਹੋ ਕੇ, ਸੰਤੋਖ ਵਸ ਹੋ ਕੇ। ਉਸ ਅਗਨੀ ਨੂੰ ਗੁਰਬਾਣੀ ਨੇ ਬ੍ਰਹਮ ਅਗਨ ਆਖਿਆ, ਕਬੀਰ ਨੇ ਵੀ ਉਸ ਨੂੰ ਬ੍ਰਹਮ ਅਗਨੀ ਆਖਿਆ। ਬ੍ਰਹਮ ਅਗਨ ਸਹਿਜੇ ਪਰ ਜਾਲੀ, ਏਕੇ ਚੋਟ ਸਿਧਾਇਆ। ਬ੍ਰਹਮ ਅਗਨੀ ਮੇਰੇ ਅੰਦਰ ਪੈਦਾ ਹੋ ਗਈ ਹੈ। ਤੇ ਬ੍ਰਹਮ ਅਗਨੀ ਕਿਵੇਂ ਪੈਦਾ ਹੋਵੇ? ਬਾਹਰ ਜਿਹੜੀ ਅੱਗ ਹੈ ਉਹ ਮਾਚਿਸ ਦੀ ਤੀਲੀ ਅਸੀਂ ਰਗੜਦੇ ਹਾਂ, ਪੈਦਾ ਹੁੰਦੀ ਹੈ। ਪ੍ਰਾਚੀਨ ਸਮੇਂ 'ਚ ਦੋ ਪੱਥਰਾਂ ਨੂੰ ਰਗੜ ਕੇ ਅੱਗ ਪੈਦਾ ਕੀਤੀ ਜਾਂਦੀ ਸੀ, ਜਾਂ ਦੋ ਲੱਕੜਾਂ ਨੂੰ ਰਗੜ ਕੇ ਵੀ ਪ੍ਰਾਚੀਨ ਸਮੇਂ 'ਚ ਅਗਨ ਪੈਦਾ ਕੀਤੀ ਜਾਂਦੀ ਸੀ। ਇਹ ਜਿਹੜੀ ਬ੍ਰਹਮ ਅਗਨ ਹੈ ਇਹ ਕਿਸ ਤਰ੍ਹਾਂ ਪੈਦਾ ਹੋਵੇ, ਇਸ ਦੇ ਬਾਰੇ ਧਾਰਮਿਕ ਜਗਤ ਦੇ ਵਿੱਚ ਜਿਹੜੇ ਸ਼ਬਦ ਪ੍ਰਚਲਿਤ ਨੇ, ਜਪ ਤਪ,
ਤਪ ਤਪਸ਼, ਤਪ ਅਗਨੀ। ਕਿਸ ਦੀ ਅਗਨੀ? ਜਪ ਦੀ ਅਗਨੀ, ਜਪ ਦੀ ਤਪਸ਼, ਜਪ ਦਾ ਸੇਕ, ਜਪ ਦੀ ਅੱਗ। ਜਦ ਕੋਈ ਮਨੁੱਖ ਵਾਹਿਗੁਰੂ ਵਾਹਿਗੁਰੂ ਐਸਾ ਜਾਪ ਕਰਦਾ ਹੈ, ਜਦ ਕੋਈ ਮਨੁੱਖ ਰਾਮ ਰਾਮ ਦੀ ਧੁਨੀ ਉਚਾਰਨ ਕਰਦਾ ਹੈ, ਜਦ ਕੋਈ ਮਨੁੱਖ ਅੱਲਾ ਅੱਲਾ ਦਾ ਚਿੰਤਨ ਕਰਦਾ ਹੈ, ਤਾਂ ਇਹ ਦਰਅਸਲ ਸੰਸਾਰ ਤੇ ਨਿਰੰਕਾਰ ਦਾ ਆਪਸ ਦੇ ਵਿੱਚ ਛੂਹਣਾ ਹੈ। ਜਦ ਕੋਈ ਐਸਾ ਰਟਨ ਕਰਦਾ ਹੈ ਤੇ ਮਨ ਦਾ ਪ੍ਰਮਾਤਮਾ ਦੇ ਨੇੜੇ ਆਉਣਾ ਹੈ। ਇਹਦੇ ਨਾਲ ਜਿਹੜੀ ਅਗਨ ਪੈਦਾ ਹੁੰਦੀ ਏ ਉਹਨੂੰ ਕਹਿੰਦੇ ਨੇ ਬ੍ਰਹਮ ਅਗਨੀ। ਇਹਨੂੰ ਯੋਗੀਆਂ ਨੇ ਯੋਗਾ ਅਗਨ ਵੀ ਆਖਿਆ। ਇਹ ਜਪ ਤੋਂ ਪੈਦਾ ਹੁੰਦੀ ਏ। ਇਸ ਵਾਸਤੇ ਧਾਰਮਿਕ ਦੁਨੀਆ ਦੇ ਜਪ ਤਪ ਇਕੱਠਾ ਸ਼ਬਦ ਬਣ ਗਿਆ। ਤਪ ਸੋਜ਼, ਤਪ ਸੇਕ, ਤਪ ਅਗਨੀ। ਪਰ ਕਿਸ ਦੀ ਅਗਨੀ? ਜਪ ਦੀ ਅਗਨੀ। ਜਦ ਵੀ ਕੋਈ ਮਨੁੱਖ ਜਪ ਕਰਦਾ ਹੈ ਉਸ ਦੇ ਅੰਦਰ ਤਪ ਪੈਦਾ ਹੋਵੇਗਾ, ਉਸ ਦੇ ਅੰਦਰ ਤਪਸ਼ ਪੈਦਾ ਹੋਵੇਗੀ, ਉਸ ਦੇ ਅੰਦਰ ਅਗਨੀ ਪੈਦਾ ਹੋਵੇਗੀ। ਪਰ ਇਹ ਅਗਨ ਠੰਡੀ ਅਗਨ ਹੁੰਦੀ ਹੈ, ਸਾੜਦੀ ਜ਼ਰੂਰ ਹੈ। ਕਿਸ ਨੂੰ ਸਾੜਦੀ ਹੈ? ਇਹ ਕ੍ਰੋਧ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ, ਇਹ ਲੋਭ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ, ਇਹ ਕਾਮ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ। ਬਾਹਰ ਦੀ ਕੋਈ ਅਗਨ ਕ੍ਰੋਧ ਨੂੰ ਸਾੜਦੀ ਨਹੀਂ, ਬਲਕਿ ਬਾਹਰ ਦੀ ਅਗਨ ਤੇ ਕ੍ਰੋਧ ਨੂੰ ਭੜਕਾਉਂਦੀ ਹੈ, ਕਾਮ ਨੂੰ ਭੜਕਾਉਂਦੀ ਹੈ, ਅਹੰਕਾਰ ਨੂੰ ਭੜਕਾਉਂਦੀ ਹੈ। ਅਗਰ ਇਸ ਤਰ੍ਹਾਂ ਦੀ ਅਗਨ ਦੇ ਨਾਲ ਇਹ ਪੰਜੇ ਪੁੱਤਰ ਪੰਜੇ ਵਿਕਾਰ ਸੜ ਸਕਦੇ ਤੇ ਸ਼ਾਇਦ ਸਾਰੀ ਦੁਨੀਆ ਹੀ ਅੱਗ ਲਾ ਕੇ ਇਹਨਾਂ ਪੰਜਾਂ ਨੂੰ ਸਾੜ ਕੇ ਤੇ ਪੰਜਾਂ ਤੋਂ ਬਚ ਜਾਂਦੀ। ਪਰ ਨਹੀਂ, ਉਹ ਤੇ ਜਪ ਦੀ ਅਗਨ ਨਾਲ ਹੀ ਇਹਨਾਂ ਨੂੰ ਸਾੜਿਆ ਜਾਏਗਾ, ਇਹਨਾਂ ਨੂੰ ਜਲਾਇਆ ਜਾਏਗਾ। ਤੋ ਕਬੀਰ ਅਧਿਆਤਮਕ ਗਿਆਨ ਦਿੰਦਿਆਂ ਹੋਇਆਂ ਕਹਿੰਦੇ ਨੇ, ਐਸਾ ਕਿਹੜਾ ਮਾਈ ਕਾ ਲਾਲ ਜਮਿਆ ਜੋ ਆਪਣੇ ਹੀ ਘਰ ਨੂੰ ਅੱਗ ਲਾਵੇ, ਤ੍ਰਿਸ਼ਨਾ ਦੀ ਝੁੱਗੀ ਨੂੰ ਅੱਗ ਲਾਵੇ ਜਪ ਦੀ ਅਗਨ ਨਾਲ। ਕਬੀਰ ਐਸਾ ਕੋਈ ਨ ਜਨਮਿਓ ਆਪਣੇ ਘਰ ਲਾਵੇ ਆਗ, ਪਾਂਚੋਂ ਲੜਕਾ ਜਾਰ ਕੇ ਰਹੇ ਰਾਮ ਲਿਵਲਾ। ਇਹ ਭੈੜੀ ਸੰਤਾਨ, ਇਹ ਭੈੜੀ ਔਲਾਦ ਜੋ ਮਨ ਚੋਂ ਪੈਦਾ ਹੋਈ ਹੈ, ਇਹਨਾਂ ਨੂੰ ਸਾੜ ਕੇ, ਇਹਨਾਂ ਨੂੰ ਸੁਆਹ ਕਰਕੇ ਤੇ ਰਾਮ ਦੀ ਧੁਨੀ ਵਿੱਚ ਲੀਨ ਰਵੇ। ਐਸਾ ਕਿਹੜਾ ਮਾਈ ਕਾ ਲਾਲ ਹੈ? ਐਸਾ ਕੌਣ ਹੈ ਜੋ ਜਗਤ ਵਿੱਚ ਆਇਆ ਹੈ? ਇਸ ਤਰੀਕੇ ਦੇ ਅਧਿਆਤਮਕ ਉਪਦੇਸ਼ ਸੰਦੇਸ਼ ਆਪ ਥਾਂ ਥਾਂ ਤੇ ਦਿੰਦੇ ਰਹੇ। ਆਪ ਹਰ ਥਾਂ ਤੇ ਐਸਾ ਕਹਿੰਦੇ ਰਹੇ ਕਿ ਜ਼ਾਤ ਕਰਕੇ ਨਾ ਕੋਈ ਉੱਚਾ ਨਾ ਕੋਈ ਨੀਵਾਂ, ਕਰਮ ਕਰਕੇ ਮਨੁੱਖ ਉੱਚਾ ਹੈ, ਕਰਮ ਕਰਕੇ ਮਨੁੱਖ ਨੀਵਾਂ ਹੈ। ਗਿਆਨ ਕਰਕੇ ਮਨੁੱਖ ਮਹਾਨ ਹੈ, ਅਗਿਆਨ ਕਰਕੇ ਹੀ ਮਨੁੱਖ ਤੁੱਛ ਹੈ। ਔਰ ਧਨ ਕਰਕੇ ਕੋਈ ਧਨਵਾਨ ਨਹੀਂ, ਪ੍ਰਭੂ ਦੇ ਨਾਮ ਕਰਕੇ ਹੀ ਮਨੁੱਖ ਧਨਵਾਨ ਹੈ। ਆਪ ਨੇ ਸਪਸ਼ਟ ਰੂਪ ਵਿੱਚ ਕਹਿ ਦਿੱਤਾ ਹੈ, ਕਹੋ ਕਬੀਰ ਨਿਰਧਨ ਹੈ ਸੋਈ, ਜਾਂ ਕੇ ਹਿਰਦੇ ਨਾਮ ਨਾ ਹੋਈ। ਵਾਸਤਵਿਕ ਮਨੁੱਖ, ਗਿਆਨੀ ਮਨੁੱਖ ਨਾਮ ਰਸੀਏ ਨੂੰ ਸਨਮਾਨ ਦੇਵੇਗਾ ਕਿਉਂਕਿ ਉਸ ਦੇ ਕੋਲ ਪਰਮ ਧਨ ਹੈ, ਤੇ ਅਗਿਆਨੀ ਮਨੁੱਖ ਕੇਵਲ ਧਨਵਾਨ ਨੂੰ ਹੀ ਸਨਮਾਨ ਦੇਵੇਗਾ ਜਿਹਦੇ ਕੋਲ ਇਹ ਅਸਥੂਲ ਧਨ ਹੈ। ਐਸਾ ਅਸੀਂ ਜਗਤ ਵਿੱਚ ਦੇਖਦੇ ਹਾਂ। ਇੱਕ ਪ੍ਰਸੰਗ ਸਵੈਮ ਭਗਤ ਕਬੀਰ ਨੇ ਲਿਖਿਆ ਹੈ। ਦੁਆਪਰ ਯੁੱਗ ਦੇ ਅਵਤਾਰੀ ਪੁਰਸ਼ ਸ੍ਰੀ ਕ੍ਰਿਸ਼ਨ ਦੁਰਯੋਧਨ ਦਾ ਘਰ ਛੱਡ ਕੇ ਰਾਤ ਬਿਦਰ ਦੇ ਘਰ ਰਹੇ। ਦੁਰਯੋਧਨ ਧਨਵਾਨ ਹੈ, ਬਿਦਰ ਨਿਰਧਨ ਹੈ। ਦੁਰਯੋਧਨ ਰਾਜਾ ਹੈ, ਬਿਦਰ ਮੁਫਲਿਸ ਹੈ। ਦੁਰਯੋਧਨ ਕੋਲ ਮਹਿਲ ਮਾੜੀਆਂ ਨੇ, ਬਿਦਰ ਕੋਲ ਇੱਕ ਨਿੱਕੀ ਝੋਗੀ ਹੈ। ਦੁਰਯੋਧਨ ਦੇ ਘਰ 36 ਪ੍ਰਕਾਰ ਦੇ ਪਦਾਰਥ ਸਵੇਰੇ ਸ਼ਾਮ ਬਣਦੇ ਨੇ। ਬਿਦਰ ਰੁੱਖੀ ਮਿੱਸੀ ਖਾ ਕੇ ਗੁਜ਼ਾਰਾ ਕਰਦਾ ਹੈ। ਰਾਗ ਰੰਗ ਦੀਆਂ ਮਹਿਫਲਾਂ ਦੁਰਯੋਧਨ ਦੇ ਘਰ ਸਜਦੀਆਂ ਨੇ, ਜਦ ਕਿ ਪ੍ਰਭੂ ਨਾਮ ਦਾ ਚਿੰਤਨ ਬਿਦਰ ਦੇ ਘਰ ਹੁੰਦਾ ਹੈ। ਜਦ ਦੁਰਯੋਧਨ ਦੇ ਘਰ ਨੂੰ ਛੱਡ ਕੇ ਰਾਤ ਕੱਟੀ ਬਿਦਰ ਦੇ ਘਰ, ਦੁਰਯੋਧਨ ਦੇ ਅਹਿਲਕਾਰ ਕ੍ਰਿਸ਼ਨ ਨੂੰ ਕਹਿੰਦੇ ਨੇ, ਆਖਰ ਤੂੰ ਗਵਾਲੇ ਦਾ ਗਵਾਲਾ ਹੀ ਰਿਹਾ। ਰਾਜਿਆਂ ਨੂੰ ਰਾਜਿਆਂ ਦੇ ਘਰ ਰਹਿਣਾ ਚਾਹੀਦਾ ਹੈ, ਧਨਵਾਨਾਂ ਨੂੰ ਧਨਵਾਨਾਂ ਦੇ ਘਰ ਰਹਿਣਾ ਚਾਹੀਦਾ ਹੈ। ਮਿੱਤਰਤਾ ਬਰਾਬਰੀ ਦੇ ਤਲ ਤੇ ਹੁੰਦੀ ਹੈ। ਐਸਾ ਨੀਤੀ ਦਾ ਉਪਦੇਸ਼ ਹੈ। ਸ੍ਰੀ ਕ੍ਰਿਸ਼ਨ ਕਹਿੰਦੇ ਨੇ, ਮੈਂ ਬਰਾਬਰੀ ਦੇ ਤਲ ਤੇ ਹੀ ਆ ਕੇ ਰਿਹਾ। ਨਾਮ ਧਨ ਦੀ ਦੌਲਤ ਨਾਲ ਬਿਦਰ ਦਾ ਹਿਰਦਾ ਮਾਲਾ ਮਾਲ ਹੈ। ਨਾਮ ਧਨ ਦੀ ਦੌਲਤ ਨਾਲ ਮੇਰਾ ਹਿਰਦਾ ਮਾਲਾ ਮਾਲ ਹੈ। ਇੱਕ ਧਨਵਾਨ ਦੇ ਘਰ ਆਇਆ ਹੈ, ਇੱਕ ਅਮੀਰ ਦੇ ਘਰ ਆਇਆ ਹੈ। ਤੇਰੇ ਘਰ ਇਹ ਸਭ ਕੁਝ ਨਹੀਂ ਸੀ। ਇਸ ਪ੍ਰਸੰਗ ਨੂੰ ਕਬੀਰ ਨੇ ਆਪਣੀ ਬਾਣੀ 'ਚ ਇੰਜ ਕਲਮਬੰਦ ਕੀਤਾ ਹੈ,
राजन कौन तुम्हारे आवे, ऐसो भाव बिदर को देखो, ओहे गरीब मोए भावे। हस्ती देख भरम ते भूला, श्री भगवान न जानिया, तुमरो दूध बिदर को पानो, अमृत कर मैं मानिया। खीर समान साग में पाया, गुण गावत रैन बिहानी। ऐ दुर्योधन, जे तेरे घर मैं रात कटदा ते झूठे राग रंग दियां महफिलां ही तू मेरे अगों सजाणियां सन, पर बिदर दे घर रात बड़ी सोहनी लंघी है। सारी रात प्रभु दे गीत गांदियां लंघ गई। बिदर ते मैं सारी रात प्रभु दा चिंतन करदे रहे, प्रभु दा कीर्तन करदे रहे, ते प्रभु दे कीर्तन ने, प्रभु दे गुणां ने अलूणे साग नूं भी खीर ते होर अमृत दे च बदल के रख दिता, 36 प्रकार दे भोजन दे च बदल के रख दिता। जद कि तेरे घर दी वासना ते तृष्णा ने 36 प्रकार दे भोजन नूं भी जहर बना देना सी। खीर समान साग में पाया, गुण गावत रहन बयानी। कबीर को ठाकर आनंद बिनोदी, जात ना काहू की मानी। कबीर कहंदे ने ठाकुर परम पुरखां दी दृष्टि दे च जात बेमैनी आउंदी है। हैरानगी दी गल है कि शूदरां लई धार्मिक मंदिरां दे दरवाजे बंद, पर शूदर भिलणी दे बेर श्री राम झूठे खांदे ने। झूठे बेर वो छकदे ने, वो शूदर है। शूदरां लई धार्मिक मंदिरां दे दरवाजे बंद, पर बिदर दे घर बकायदा श्री कृष्ण चले जांदे ने और बाल्मीक दा वो सन्मान करदे ने। रे चित चेत चेत अचेत, काहे ना बाल्मीके देख। इस तरह का उपदेश संदेश गुरुदेव की बाणी दे चों जो है मिलता है। भगत श्री कबीर ऐसे समय चोए ने, आप दियां लहरां दे नाल होर अनेकां भगत उठे। रविदास, नामदेव, सदना, सैन, भीखन, आप दे विचारां दा चारों पासे प्रभाव पिया। अज भी